ਗੱਲ ਸੁਣੋ, ਤੁਹਾਨੂੰ ਪਤਾ ਨਾ ਕਿ ਮਜ਼ਾਕ ਨਾਲ ਹੀ ਬੰਦਾ ਕੋਈ ਗੱਲ ਕਰਦਾ ਅਗਲੇ ਨੂੰ। ਪਰ ਉਹਦੇ ਬਗੈਰਤ ਹੈਗਾ ਤੁਹਾਡਾ ਮਜ਼ਾਕ ਨਹੀਂ ਮੈਂ ਨਹੀਂ ਕਹਿੰਦਾ। ਉਹ ਜਾਂਦੇ ਜਾਂਦੇ ਵੀ ਇਹੀ ਭੌਂਕਦਾ ਪਿਆ ਕੁੱਤੇ ਵਕਣਾ। ਆਪ ਜੀ ਬੜਾ ਖੁੱਲੇ ਦਿਲ ਨਾਲ ਤੁਸੀਂ ਹਾਰ ਤਸਲੀਮ ਉਹ ਐਸੇ ਇਹੋ ਜਿਹੇ ਬੜ ਰਹੇ ਆ। ਮੈਂ ਹੱਸ ਰਿਹਾ ਤਾਂ ਇਹ ਜਿਹੜੀ ਲੈਂਗੁਏਜ ਹੈ ਮਾਸਟਰ ਸਾਹਿਬ ਉਹਨਾਂ ਨੇ ਸਾਰੀ ਮੈਨੇਜ किया। लेकिन मैं तो ये कहता हूँ कि आपको उसके साथ मनाजरा करने की क्या जरूरत है। वो बेचारा कुत्ते की तरह लूर लूर फिर रहा था। बेशक मेरे साथ कोई बात नहीं करता। नहीं यार सानी साहब अस्सलाम वालेकुम। वालेकुम सलाम रहमतुल्लाह। तो आपने उसको बेचारे को एक सेफ कॉर्नर दे दिया। मैं गल कर यानी कि ये वो उम्मत है। मैं हसदा जा रहा था, सुनिया नहीं सी मैं हसदा मैं जो कहा ना मैं उदों भी हस रहा था। पूरी उम्मत ही बेशर्मों की है ये तो सही रहते। नहीं यार। अच्छा सानी साहब कंट्रोल करो मेहरबानी। जी जी जी। Since I am here. बात तो ये है कि नबी करीम सल्लल्लाहु अलैहि वसल्लम के मिर्जा साहब पे भी इल्जाम है कि आपने उनकी नबूवत पे डाका डाला और उनको आखिरी नबी साबित करने के लिए मिर्जा साहब के अलावा इनके पास चारा भी कोई नहीं। क्या बात। कुरान भी नहीं है, हदीस भी नहीं है। मैं आज तक डकी है ने पर मैं बोलनी है नहीं। आज तक डाके रखनी है कितने डकी है ने कुकड़ी के पिंजरे च। लेकिन मेरी बात सुने भाईजान, ये आपकी बड़ी बद अखलाकी है कि आप उनको उनके लिए बहुत गलत अल्फाज इस्तेमाल कर रहे हैं। वो नबी रसूल है, ये मेरे लिए और सबके लिए भी भाई बहुत नबी रसूल हो या ना हो, ये कोई ये जमात का कोई अच्छा तासर तो नहीं आप दे रहे ना। कोई बात नहीं जी, मुझे जमात बाहर निकाल दे। खैर बड़े वाह क्या बात है। असल बात यही है, असल बात ये है कि आमिर नज़ीर साहब इस जो मुनाजरा हुआ या मुकालमा हुआ उसमें फातह करार पाए हैं कि उन्होंने तमाम दलाइल मिर्ज़ा साहब की अपनी तालीम से दिए, जिसको मिर्ज़ाई छोड़ चुके हैं। मिर्ज़ाइयों की बड़ी तकलीफ होती है कि मिर्ज़ा साहब की तालीम पे आमिर नज़ीर ने मिर्ज़ा साहब की तालीम पेश करके ये ख़त्म नबूवत बट का इसका कचूमर निकाल दिया। जो कह रहे हैं कि नबूवत जारी है। ਉਹ ਕਹਿੰਦਾ ਕਿ ਬਾਸੀ ਸਾਹਿਬ ਯਾਰ ਇਹਨੂੰ ਬੰਦੇ ਨੂੰ ਬੋਲਣ ਦਿਓ, ਜਿੰਨਾ ਬੋਲਦਾ ਨਾ ਉਹਨਾਂ ਇਹ ਗਾਹ ਹੁੰਦਾ ਲੋਕਾਂ ਸਾਹਮਣੇ। ਉਹ ਕਹਿੰਦਾ ਹੋਰ ਕਿਸੇ ਦੀ ਸੁਣੋ ਨਾ ਸੁਣੋ, ਮੇਰੀ ਸੁਣੋ। ਹਾਂਜੀ ਊਂਟ ਤੇ ਕੁੱਦੇ ਨਾ ਕੁੱਦੇ ਬੋਰੇ ਵੀ ਕੁੱਦਣੇ ਸ਼ੁਰੂ ਹੋ ਗਏ। ਜਾ ਲੋ ਇਹ ਤੁਹਾਡੇ ਜਿਹੜੇ ਹੈ ਨੇ ਨਾ ਸਾਡੇ ਚੌਹਾਨ ਸਾਹਿਬ ਤੁਹਾਡੀ ਆਈਡੀ ਦੇ ਉੱਤੇ ਰੈਸਟ੍ਰਿਕਸ਼ਨ ਲੱਗੀ ਹੈ। ਤੁਸੀਂ ਉਹਨੂੰ ਆਈਡੀ ਬਦਲੋ, ਕੋਈ ਬਿਹਤਰ ਕਰੋ ਤੇ ਤਸ਼ਰੀਫ ਲਿਆਓ ਬੇਸ਼ੱਕ। ਉਹ ਅੱਛੀ ਗੱਲ ਹੈ, ਲੱਗੀ ਰਹੇ ਦੇ ਚੰਗੇ। ਇਹਦੀ ਆਈਡੀ ਤੇ ਰਿਸਟ੍ਰਿਕਸ਼ਨ ਹੀ ਲੱਗੀ ਰਹੇ ਵਿਚਾਰੇ ਦਿਲ ਚੰਗਾ। ਜੀ ਜੀ। वो कहता है मान ना मान मैं तेरा मेहमान। तो इन बेचारों के पल्ले क्या बाकी बचा है कि ये वो तड़पता फिरता है। आमर वहाबी उन्हां दी अपनी मस्जिदां पाकिस्तान च लॉक पईयां हुंदियां ने ते छितर पे पैंदे ने। अच्छा ਇਹ ਸਿੱਧੂ ਜੱਟ ਸਾਹਿਬ ਆਏ ਨੇ। ਸਿੱਧੂ ਸਾਹਿਬ ਤੁਸੀਂ ਕੋਈ ਤਬਸਰਾ ਫਰਮਾਓ। ਮੌਲਵੀ ਸਾਹਿਬ ਨੇ ਇੱਥੇ ਮੌਜੂਦ। ਮਜ਼ੇ ਦੀ ਗੱਲ ਇਹ ਸੀ, ਇਹਨਾਂ ਦਾ ਮੁਨਾਜ਼ਰਾ ਹੋ ਰਿਹਾ ਸੀ ਖਤਮੇ ਨਬੂਵਤ ਉੱਤੇ ਤੇ ਜਿੱਤਿਆ ਕਿਹਦੇ ਤੇ ਵੇ ਕਿ ਕਸਰੇ ਸ਼ਾਨ ਹੋ ਗਈ ਹੈ ਤੇ ਇਹਦੇ ਤੇ ਮਾਫੀ ਮੰਗੀ ਯਾਰ। ਔਰ ਫਿਰ ਖਤਮੇ ਨਬੂਵਤ ਮੁਜਾਹਿਦ ਸਾਹਿਬ ਤੁਸੀਂ ਯਾਨੀ ਕਿ ਇੱਕ ਤੇ ਰਿਪਰੈਜ਼ੈਂਟ ਕਰਦੇ ਹੋ ਜਮਾਤ ਦੇ ਠੇਕੇਦਾਰ ਬਣ ਕੇ, ਫਿਰ ਤੁਸੀਂ ਉਹਦੇ ਮੁਕਾਬਲੇ ਤੇ ਉਹ ਫਿਕਰੇ ਕਾਸਰੇ ਨੇ ਆਮਰ ਨਜ਼ੀਰ ਸਾਹਿਬ ਖਲੀਫਤੁਲ ਮਸੀਹ ਉੱਤੇ ਹਾਲਾਂਕਿ ਬਿਲਕੁਲ ਆਊਟ ਆਫ ਕੰਟੈਕਸਟ ਔਰ ਗਲਤ ਬਿਆਨ ਕਰ ਰਹੇ ਸਨ। ਇਸ ਤਰ੍ਹਾਂ ਦਾ ਵਾਕਿਆ ਜਿਸ ਤਰ੍ਹਾਂ ਉਹ ਆਮਰ ਨਜ਼ੀਰ ਸਾਹਿਬ ਬਿਆਨ ਕਰ ਰਹੇ ਸਨ ਤੁਸੀਂ ਉਸ ਨੂੰ ਕਾਊਂਟਰ ਹੀ ਨਹੀਂ ਕੀਤਾ। ਯਾਨੀ ਕਿ ਇਹ ਕੀ ਬਕਵਾਸਬਾਜ਼ੀ ਕਰਨ ਦੀ ਕੀ ਜ਼ਰੂਰਤ ਸੀ। ਮੇਰੀ ਗੱਲ ਸੁਣੋ, ਤੁਸੀਂ ਕਰਿਆ ਕਰੋ। ਮੈਨੂੰ ਨਹੀਂ ਸੀ ਪਤਾ ਉਸ ਚੀਜ਼ ਦਾ ਕਿ ਹੈ ਕਿ ਨਹੀਂ ਹੈ, ਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਯੂਨੀਵਰਸਿਟੀ ਚੌਥ ਦੀ ਗੱਲ ਹੋਏਗੀ ਬਾਅਦ ਵਿੱਚ ਉਹ ਬੰਦਾ ਨਹੀਂ ਉਹ ਮੋੜਿਆ ਤੇ ਕਹਿਣਾ ਚਾਹੀਦਾ ਸੀ WhatsApp ਕੇ ਲਾਓ ਆਪਣਾ ਅਸੀਂ WhatsApp ਕੇ ਲਾਓ ਆਪਣਾ ਆਮਦੀ ਸਾਹਿਬ ਫਰਮਾਉਂਦੇ ਨੇ। ਲਓ ਜੀ ਸਦੂ ਜੱਟ ਸਾਹਿਬ ਤੁਸੀਂ ਫਰਮਾਓ ਜੀ। अस्सलाम वालेकुम। शुक्रिया मैंने तुसी दावत दी है। गल ਉਹਦੇ ਵਿੱਚ ਮੈਂ ਸਮਝ ਗਿਆ ਸਾਂ ਕਿ ਇਹ ਸਾਈਕਲ ਇਸ ਨੇ ਚੱਲਦਾ ਰਹਿਣਾ, ਬਾਰ-ਬਾਰ ਘੁੰਮਦੇ ਰਹਿਣਾ ਇਹਨਾਂ ਨੂੰ। ਔਰ ਉਹਦੇ 'ਚ ਆਮਰ ਨਜ਼ੀਰ ਸਾਹਿਬ ਨੂੰ ਤੇ ਕੁਰਾਨ ਵਾਲੇ ਪਾਸੇ ਆਉਣ ਦੀ ਕੋਸ਼ਿਸ਼ ਕੀਤੀ, ਜ਼ਹਿਮਤ ਹੀ ਨਹੀਂ ਫਰਮਾਈ ਉਹਨਾਂ ਨੇ। ਤੇ ਔਰ ਉਹ ਯਾਨੀ ਕਿ ਕੁਰਾਨ ਤੋਂ ਕੋਈ ਗੱਲ ਪੇਸ਼ ਕਰਨ ਦੀ ਬਜਾਏ ਉਹ ਹਜ਼ਰਤ ਮਿਰਜ਼ਾ ਸਾਹਿਬ ਦੇ ਕਲਾਮ ਨੂੰ ਜ਼ਿਆਦਾ ਬਿਹਤਰ ਸਮਝਦੇ ਨੇ, ਮਨ ਮਹਿਸੂਸ ਹੋਇਆ।
ਔਰ ਉਹ ਵੀ ਉਸ ਤਰ੍ਹਾਂ ਦਾ ਬਿਹਤਰ ਸਮਝਦੇ ਨੇ ਕਿ ਜਿਸ ਤਰ੍ਹਾਂ ਦਾ ਉਹ ਦਿਲ ਕਰਦਾ ਹੋਣਾ, ਤੇ ਉਹ ਅੱਧੀਆਂ ਪਿਛਲੀਆਂ ਤਾਰੀਖਾਂ ਦੇਖੋ ਖਾਤਮੁਨ ਨਬੀਨ ਵਾਲੀ ਆਇਤ ਪੇਸ਼ ਕੀਤੀ, ਮੈਂ ਉਹਦੇ ਤੇ ਬਾਰ-ਬਾਰ ਸਵਾਲ ਉਠਾਇਆ ਕਿ ਤੁਹਾਡਾ ਜਿਹੜਾ ਅਕੀਦਾ ਇਥੋਂ ਤੇ ਸਾਬਤ ਨਹੀਂ ਹੁੰਦਾ, ਤੇ ਉਲਟ ਮੇਰਾ ਅਕੀਦਾ ਕੋਈ ਗੱਲ ਨਹੀਂ ਕੀਤੀ। ਕਿਉਂ ਖਾਮੋਸ਼ੀ नहीं, एक बात तो पक्की साबित आज हो गई। ਇੱਕ ਸੈਕਿੰਡ ਬਸ ਭਾਈ, ਇੱਕ ਸੈਕਿੰਡ ਯਾਦ ਰੱਖੋ, ਜਦੋਂ ਵੀ ਕਿਸੇ ਮੁਨਾਜ਼ਰੇ ਦੇ ਵਿੱਚ ਦੋਨੇ ਦਾਅਵੇਦਾਰ ਹੋਣਗੇ, ਦੋਨੇ ਫਰੀਕ, ਉਦੋਂ ਉਹ ਦਾਅਵੇਦਾਰ ਤੋਂ ਉਦੋਂ ਤੁਸੀਂ ਦਾਅਵੇਦਾਰ, ਐਸੀ ਸੂਰਤ ਵਿੱਚ ਮੁਨਾਜ਼ਰਾ ਹਮੇਸ਼ਾ ਇਸ ਤਰ੍ਹਾਂ ਦੇ ਹਾਲਾਤ ਦਾ ਸ਼ਿਕਾਰ ਹੋਏਗਾ। ਦਾਅਵੇਦਾਰ ਹਮੇਸ਼ਾ ਮੁਨਾਜ਼ਰੇ 'ਚ ਇੱਕ ਹੁੰਦਾ ਹੈ ਔਰ ਸਾਇਲ ਜਿਹੜਾ ਹੈ ਦੂਸਰਾ ਹੁੰਦਾ ਹੈ, ਤੇ ਤੁਸੀਂ ਦੋਨੇ ਸਾਇਲ ਵੀ ਬਣ ਜਾਓ, ਦੋਨੇ ਦਾਅਵੇਦਾਰ ਵੀ ਬਣ ਜਾਓ, ਤਾਂ ਫਿਰ ਇਹ ਖਿਚੜੀ ਜ਼ਰੂਰ ਪੱਕਦੀ ਹੈ ਕਿ ਸਾਨੂੰ ਇਲਮ ਹੈ ਇਸ ਚੀਜ਼ ਦਾ। ਤੇ ਮੈਂ ਇਸ ਤਰ੍ਹਾਂ ਦੇ ਮੁਨਾਜ਼ਰੇ ਦੇ ਹੱਕ 'ਚ ਨਹੀਂ ਹੈਗਾ। ਜੱਜ ਸਾਹਿਬ ਇਹਦੇ 'ਚ ਖਿਚੜੀ ਵਾਲੀ ਕਿਹੜੀ ਗੱਲ ਹੈ ਕਿ ਇੱਕ ਆਇਤ ਉਹਨੇ ਪੇਸ਼ ਕੀਤੀ ਆਪਣੇ ਅਕੀਦੇ ਦੇ ਵਾਸਤੇ, ਮੈਂ ਕਿਹਾ ਯਾਰ ਇਹ ਆਇਤ ਨਹੀਂ ਕਹਿ ਰਹੀ, ਇਹਦੇ ਤੇ ਆਇਤ ਪੜ੍ਹ ਕੇ ਦੇ ਗੌਰ ਕਰਨ ਦੀ, ਜਾਂ ਉਹ ਨਹੀਂ ਕਰ ਰਿਹਾ। ਉਹ ਬੰਦਾ ਕਹਿੰਦਾ ਮੈਂ ਗੱਲ ਹੀ ਨਹੀਂ ਕਰਨੀ, ਮੈਂ ਜਵਾਬ ਹੀ ਨਹੀਂ ਦੇਣਾ, ਇਹ ਖਿਚੜੀ ਹੈ। ਇਹ ਤਾਂ ਸਾਬਤ ਹੋ ਰਿਹਾ ਹੈ ਕਿ ਉਹ ਜੋ ਅਕੀਦਾ ਪੇਸ਼ ਕਰ ਰਿਹਾ ਉਸ ਆਇਤ ਤੋਂ ਨਹੀਂ ਨਿਕਲ ਰਿਹਾ, ਨਹੀਂ ਤਾਂ ਦੱਸਦਾ ਜੀ ਦੇਖੋ ਜੀ ਐਸਾ ਨਿਕਲਦਾ। ਅੱਛਾ ਐਮਡੀ ਸਾਹਿਬ ਆਏ ਨੇ, ਐਮਡੀ ਸਾਹਿਬ ਤੁਸੀਂ ਫਰਮਾਓ, ਕੀ ਫਰਮਾਓਗੇ? ਜੀ अस्सलाम वालेकुम रहमतुल्लाह। मैं तो सर ਤੁਹਾਡਾ ਇੱਕ ਹੀ ਚੀਜ਼ ਮੈਂ ਸੁਣੀ ਹੈ, ਔਰ ਉਹ ਸੁਣੀ ਕਿ ਤੁਸੀਂ ਅਗਲੇ ਮੁਨਾਜ਼ਰੇ ਦਾ ਟਾਈਮ ਸੈੱਟ ਕਰ ਲਿਆ ਕਾਮਯਾਬੀ। ਉਸ ਟਾਈਮ ਮੈਂ ਹਾਜ਼ਰ ਹੋਇਆ ਸੀ, ਤੇ ਉਹ ਮੈਂ ਤੁਹਾਨੂੰ ਉਸ ਤੇ ਇੰਨੀ ਮੈਂ ਤੁਹਾਡੀ ਕਾਵਿਸ਼ ਮੈਂ ਸੁਣੀ ਹੈ। ਲੇਕਿਨ ਜਿਵੇਂ ਤੁਸੀਂ ਕੋਸ਼ਿਸ਼ ਕਰਦੇ ਹੋ ਕੋਈ ਆਪਣਾ ਸਵਾਲੋ ਜਵਾਬ ਦੀ ਡਾਇਲੌਗ ਦੀ, ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ। ਮਤਲਬ ਚਾਹੇ ਮੁਖਾਲਫ ਨੇ ਇਸ ਤਰ੍ਹਾਂ ਦੇ ਵੀ ਨੇ, ਤੁਸੀਂ ਮਹਾਜ਼ ਨਹੀਂ ਛੱਡ ਰਹੇ, ਮੈਨੂੰ ਇਹ ਚੀਜ਼ ਅੱਛੀ ਲੱਗੀ। ਕੋਸ਼ਿਸ਼ ਜਾਰੀ ਰੱਖੋ, ਕੋਸ਼ਿਸ਼ ਤੁਸੀਂ ਆਪਣੀ ਨਾ, मैं तो ਉਸ ਤਰ੍ਹਾਂ ਹੀ ਕਰਨਾ यार। वैसे मैं भी मुआज नहीं छाड़ रहा, पर मेरे मुआज तो कोई आंदा कोई नहीं। ये बड़ी अजीब गल है। ਤੁਸੀਂ ਵੀ ਸਹੀ ਕਰ ਰਹੇ ਹੋ, ਤੁਹਾਡਾ ਮਹਾਜ਼ ਆਪਣੀ जगह ਤੇ ਬਿਲकुल ठीक है। बात तो ये है, तो जब उसने ये इतराज किया कि मिर्जा साहब कहते हैं कि नबी करीम सल्लल्लाहु अलैहि वसल्लम के बाद कोई नबी नहीं, आप कैसे नबूवत जारी कर रहे हैं, तो बात तो दुरुस्त है कि हज़रत मसीह मौद ने बार बार कहा कि वो नबूवत का सिलसिला जो हज़रत आदम से शुरू हुआ वो नबी करीम सल्लल्लाहु अलैहि वसल्लम पे ख़त्म हो गया, और मैं अगर नबी का नाम मेरा खुदा ने नबी और रसूल रखा, वो सिर्फ मुकालमा मुकातबा और नबी करीम सल्लल्लाहु अलैहि वसल्लम की मुकम्मल पैरवी के नतीजे में रखा गया, और हम इसी पे यकीन करते हैं कि वो नबूवत तो ख़त्म हो गई, और वही ये नबूवत भी कुल्ली तौर पे मुनक़ता हो गई। इसमें तो कोई शक नहीं है, कोई तनाज़ा ही नहीं है। मसला सिर्फ वो नबूवत और ये नबूवत है। नहीं, ये नबूवत और वो नबूवत नहीं है, वो ही नबूवत है। हाँ जी, मसला सिर्फ वो ही नबूवत है, वो नबूवत और ये नबूवत। हाँ नहीं, नबूवत एक ही है। अच्छा नबूवत, तो फिर खत्म नबूवत भी तो एक नई टर्म ईजाद हुई ना नबी करीम के बासत के साथ ही। नहीं, जो मिर्जा साहब का जितना कलाम है वो कुरान करीम की तफसीर है ना। हाँ, सारी बातें जब मिर्जा साहब की कोई गैरहमदी भी पेश करता है तो बेसिकली वो कुरान ही पेश कर रहा है, जो कि हुसैनी साहब देखो वो कुरान नहीं ना पेश करते, वो मिर्जा साहब की किताबें पेश करते हैं और अपनी मर्जी से उसकी तशरीह करते हैं। नहीं, कोई तशरीह नहीं करते। अभी आपके दोस्त ने इतनी देर बातें की हैं, उसने कौन सी अपना हदीस या कुरान पेश किया बता। उन्होंने देखा ना, मिर्जा साहब का जितना कलाम है वो सारा कुरान करीम की तशरीह है। वो मानता, अगर मिर्जा साहब के कलाम से कुछ पेश किया जाए नहीं, सबसे बड़ी तो बात ये है हुसैनी साहब के, जैसे आमद नज़ीर साहब फरमा रहे थे बार बार, नबी पाक की शान को बढ़ाने के लिए और उन्हें खातमुन नबीन या आखिरी नबी साबित करने के लिए वो मिर्जा साहब की तहरीरात पे बार बार जा रहा था। उसके बगैर रसूलुल्लाह की शान बढ़ती ही नहीं है, जो तो आज के मनाजरे से साबित हुआ। ये तो काबिल तहसीन है ना बात। बिल्कुल काबिल तहसीन है। हम तो यही कह रहे हैं कि कलम के अलावा कोई बंदा इस दुनिया में पैदा नहीं हुआ एक और बात की मुकाम रसूलुल्लाह का नहीं बताया। एक और बात नोट करनी चाहिए कि आखिर पे वो इस कदर ठहरो गल हो रही है। मैं आपसे गुजारिश करना चाहता हूँ। नहीं करो, तुझे गुजारिश है, सबर करो। मैं की करना है, मतलब सबर करो, माइक को जरा म्यूट रखो। सबर नहीं करना, गल सुन लो। जानते हो
ਅਤੀਕ ਸ਼ਾਹ ਸਾਹਿਬ ਨੂੰ ਗੱਲ ਕਰ ਲੈ ਇਸ ਵਾਸਤੇ ਆਪਣੀ ਖਾਮੋਸ਼ੀ ਇਖਤਿਆਰ ਕਰ, ਖਾਮੋਸ਼ ਮਿਊਟ ਕਰ ਆਪਣੇ ਆਪ ਨੂੰ। ਸ਼ਾਹ ਜੀ ਨਹੀਂ ਨਹੀਂ ਮੈਂ ਨਹੀਂ ਮਿਊਟ ਲਾਣਾ। ਅੱਛਾ ਸ਼ਾਹ ਚਲੋ ਪੁੱਤਰ ਨੂੰ ਕਰੋ ਗੱਲ ਕਰ। ਮੈਂ 5-7 ਮਿੰਟ ਤੁਹਾਡੀ ਸੁਣੀ ਨਾ ਸਾਰਿਆਂ ਦੀ ਗੱਲ, ਬੰਬਾਸਟਿਕ ਦੀ ਵੀ ਸੁਣੀ, ਸਿੱਧੂ ਸਾਹਿਬ ਦੀ ਵੀ ਸੁਣੀ, ਮੌਲਵੀ ਸਾਹਿਬ ਦੀ ਵੀ ਸੁਣੀ। ਸ਼ਾਹ ਜੀ ਮਿਊਟ ਲਾ ਲਓ ਸ਼ਾਹ ਜੀ। ਚਲੋ ਹੁਣ ਤੁਹਾਡੀ ਬੁੰਡ ਬੰਦ ਕਰਕੇ ਪੁੱਤਰ ਰਾੜ ਹੀ ਬੰਦ ਹੋ ਰਹੀ ਹੈ। ਗੱਲ ਨਹੀਂ ਕਰ ਲਓ ਮੇਰਾ ਪੁੱਤਰ, ਗੱਲ ਕਰ ਲਓ। ਜ਼ਿੰਦਾਬਾਦ। ਮੈਂ ਤੁਹਾਡੀ ਸਾਰਿਆਂ ਦੀ ਸੁਣੀ ਹੈ ਗੱਲ, ਤੁਹਾਡੀ ਹੁਣ ਫਟ ਜਾਣੀ ਹੈ ਪੁੱਤਰ। ਸ਼ਾਹ ਜੀ ਨਬੂਵਤ ਬੰਦ ਕਰਨਾ ਤੁਹਾਡੀ ਪੂਰੀ ਫਟੇਗੀ, ਨਬੂਵਤ ਬੰਦ ਹੋ ਗਈ। ਨਬੂਵਤ ਬੰਦ ਹੋ ਗਈ। ਨਬੂਵਤ ਜ਼ਿੰਦਾਬਾਦ। ਬੰਦ ਕਰਨਾ ਤੇ ਪੁੱਤਰ ਗੱਲ ਨਹੀਂ ਹੈ। ਚਲੋ ਪਤਾ ਲੱਗ ਜਾਏ ਤੈਨੂੰ। ਥੋੜਾ ਜਿਹਾ ਸਬਰ ਦੇ ਨਾਲ ਸਾਰੀ ਗੱਲ ਹੋ ਸਕਦੀ ਹੈ, ਕੋਈ ਐਸੀ ਗੱਲ ਨਹੀਂ। ਜਗ੍ਹਾ ਵੀ ਮੌਜੂਦ ਹੈ, ਟਾਈਮ ਵੀ ਮੌਜੂਦ ਹੈ, ਬੰਦੇ ਵੀ ਮੌਜੂਦ ਨੇ। ਜ਼ਰਾ ਜਿਹਾ ਸਬਰ ਕਰੋ ਤੇ ਇੱਕ ਦੂਸਰੇ ਨੂੰ ਬਰਦਾਸ਼ਤ ਕਰਕੇ ਗੱਲ ਕਰ ਲਓ, ਕੋਈ ਐਸੀ ਗੱਲ ਨਹੀਂ ਜੀ। ਖਾਲਿਦ ਸਾਹਿਬ ਅਸਲਾਮ ਵਾਲੇਕੁਮ। ਚੌਧਰੀ ਸਾਹਿਬ ਅਸਲਾਮ ਵਾਲੇਕੁਮ। अस्सलाम वालेकुम हुसैन साहब, मैं अर्ज करना चाहता सी भट्ट साहब ਨਾਲ ਗੱਲ ਕਰਨਾ ਚਾਹ ਰਿਹਾ ਸੀ। ਕਰੋ ਗੱਲ। ਤਸ਼ਰੀਫ ਲੈ ਗਏ ਨੇ ਸਾਰੇ ਦੋਸਤ, ਗੱਲ ਕੀਤੀ ਮੈਂ ਸਾਰਿਆਂ ਦੀ ਸੁਣੀ ਹੈ, ਲੇਕਿਨ ਮਬਾਸਤ ਨੂੰ ਬਿਮਾਰੀ ਹੁੰਦੀ ਹੈ ਨਾ, ਰੌਲਾ ਪਾਉਣ ਦੀ। ਤੁਸੀਂ ਭੱਟ ਸਾਹਿਬ ਨੂੰ ਮੁਖਾਤਬ ਕਰਕੇ ਕੋਈ ਗੱਲ ਕਹਿਣਾ ਚਾਹੁੰਦੇ ਹੋ? ਜੀ ਭੱਟ ਸਾਹਿਬ ਨੂੰ ਕਹਿਣਾ ਚਾਹ ਰਿਹਾ ਸੀ। ਭੱਟ ਸਾਹਿਬ ਨੇ ਬਾਰ-ਬਾਰ ਇੱਕ ਗੱਲ ਪੁੱਛੀ ਹੈ, ਬਾਰ-ਬਾਰ ਇੱਕ ਗੱਲ ਪੁੱਛੀ ਹੈ ਕਿ ਵਲਾ ਕਿੰਨਾ ਦਾ ਤੇ ਖਾਤਮੁਨ ਨਬੀਨ ਦੀ ਆਇਤ ਦਾ ਮਤਲਬ ਕੀ ਹੈ। ਠੀਕ ਹੈ। ਮੈਂ ਭੱਟ ਸਾਹਿਬ ਕੋਲ ਸਿਰਫ ਇੰਨਾ ਪੁੱਛਣਾ ਚਾਹਨਾ ਕਿ ਮਿਰਜ਼ਾ ਸਾਹਿਬ ਨੇ ਫਰਮਾਇਆ ਕਿ ਕੁਰਾਨ ਦਾ ਹਕੀਕੀ ਇਲਮ ਮੈਨੂੰ ਦਿੱਤਾ ਗਿਆ ਔਰ ਉਹਨਾਂ ਨੇ ਇਹਦਾ ਤਰਜਮਾ ਔਰ ਤਫਸੀਰ ਦੋਨੋਂ ਕੀਤੀਆਂ ਨੇ, ਨਾ ਸਿਰਫ ਤਰਜਮਾ ਕੀਤਾ ਬਲਕਿ ਤਫਸੀਰ ਵੀ ਕੀਤੀ ਹੈ। ਸਹੀ ਹੈ। ਕਿ ਕਿਆ ਭੱਟ ਸਾਹਿਬ ਇਸ ਗੱਲ ਤੇ ਮੁਤਮਿਨ ਨੇ ਕਿ ਜੋ ਮਿਰਜ਼ਾ ਸਾਹਿਬ ਨੇ ਗੱਲ ਕਹੀ ਉਹ ਠੀਕ ਹੈ, ਜਾਂ ਭੱਟ ਸਾਹਿਬ ਸਮਝਦੇ ਨੇ ਕਿ ਮਿਰਜ਼ਾ ਸਾਹਿਬ ਨੂੰ ਸਮਝ ਨਹੀਂ ਸੀ ਹੈਗੀ ਤਾਂ ਉਹ ਉਹਨਾਂ ਤੋਂ ਬਿਹਤਰ ਤਰਜਮਾ ਤਫਸੀਰ ਕਰ ਸਕਦੇ ਨੇ। ਠੀਕ ਹੈ। ਇਹ ਗੱਲ ਭੱਟ ਸਾਹਿਬ ਨੂੰ ਪੁੱਛਣੀ ਸੀ, ਉਹ ਤਸ਼ਰੀਫ ਲੈ ਗਏ ਨੇ। ਭੱਟ ਸਾਹਿਬ ਚਲੋ ਆ ਜਾਣਗੇ, ਹੋ ਸਕਦਾ ਕਿਤੇ ਸੁਣਦੇ ਹੋਣ ਜਾਂ ਉਹਨਾਂ ਤੱਕ ਪਹੁੰਚ ਜਾਏਗੀ ਇਨਸ਼ਾਅੱਲਾ। ਸਿਰਫ ਇੰਨੀ ਗੱਲ ਪੁੱਛਣੀ ਹੈ ਕਿ ਜੋ ਮਿਰਜ਼ਾ ਸਾਹਿਬ ਨੇ ਫਰਮਾਇਆ ਉਹ ਅਮਰ ਨਜ਼ੀਰ ਸਾਹਿਬ ਨੇ ਪੜ੍ਹ ਕੇ ਸੁਣਾਇਆ ਔਰ ਭੱਟ ਸਾਹਿਬ ਉਹਨੂੰ ਮੁਸਲਸਲ ਉਹਦੀ ਇਨਕਾਰ ਕਰਦੇ ਰਹੇ ਨੇ। ਇਹਦਾ ਮਤਲਬ ਹੈ ਕਿ ਉਹ ਅਮਰ ਨਜ਼ੀਰ ਦੇ ਨਹੀਂ, ਉਹ ਮਿਰਜ਼ਾ ਸਾਹਿਬ ਦੀ ਤਾਰੀਰਾਤ ਨੂੰ ਮੈਨੂੰ ਕਰਨੇ ਕਿ ਮਿਰਜ਼ਾ ਸਾਹਿਬ ਨੂੰ ਪਤਾ ਹੀ ਨਹੀਂ ਸੀ ਕੀ ਕਹਿਣਾ ਕੀ। ਇੰਨੀ ਗੱਲ ਸੀ ਬਸ, ਉਹ ਨੱਸ ਗਏ ਮੇਰੇ ਵਾਸਤੇ ਨਹੀਂ। ਭੱਟ ਸਾਹਿਬ ਜੀ ਸਲਾਮ ਅਤੀਕ ਸਾਹਿਬ ਉਹਨਾਂ ਨੇ ਖਾਤਮੁਨ ਨਬੀਨ ਵਾਲੀ ਆਇਤ ਤੋਂ ਉਹੀ ਮਫਹੂਮ ਕੱਢਿਆ, ਉਹੀ ਦਲੀਲ ਦਿੱਤੀ ਹੈ ਜਿਹੜੀ ਮੈਂ ਦਿੱਤੀ ਹੈ। ਮੈਂ ਉਹ ਹਵਾਲਾ ਆਪਣਾ ਵਲੀ ਸਾਹਿਬ ਨੂੰ ਵੀ ਭੇਜਿਆ ਔਰ ਜੱਜਾ ਸਾਹਿਬ ਨੂੰ ਵੀ WhatsApp ਤੇ ਭੇਜਿਆ, ਉਹਨੇ ਕਿਸੇ ਲਾ ਦਿਓ ਲਾ ਨਹੀਂ ਸਕਦੀ, ਉਹ ਬਿਲਕੁਲ ਉਹਨੇ ਉਹੀ ਕਿਹਾ। ਤੇ ਅਗਰ ਮੇਰੇ ਕੋਲ ਤੁਹਾਡਾ ਮੋਬਾਈਲ ਨੰਬਰ ਹੁੰਦਾ ਤਾਂ ਮੈਂ ਤੁਹਾਨੂੰ ਵੀ ਭੇਜ ਦਿੰਦਾ। ਬਿਲਕੁਲ ਉਹੀ ਨਤੀਜਾ ਕੱਢਿਆ ਜਿਹੜਾ ਮੈਂ ਕੱਢ ਕੇ ਦੱਸਿਆ। ਠੀਕ ਹੈ। ਨਹੀਂ ਤੁਸੀਂ ਮੈਂ ਜੀ ਆਪਣਾ WhatsApp ਤੋਂ ਗੱਲ ਪੁੱਛਣਾ ਚਾਹ ਰਿਹਾ, ਉਹ ਇਹ ਪੁੱਛਣਾ ਚਾਹ ਰਿਹਾ ਸੀ ਕਿ ਮਿਰਜ਼ਾ ਸਾਹਿਬ ਨੇ ਉਹਦਾ ਤਰਜਮਾ ਵੀ ਕੀਤਾ, ਤਫਸੀਰ ਵੀ ਕੀਤੀ ਹੈ ਔਰ ਜੋ ਤਫਸੀਰ ਉਹਨਾਂ ਨੇ ਕੀਤੀ ਹੈ ਅਮਰ ਨਜ਼ੀਰ ਨੇ ਉਹੀ ਪੜ੍ਹੀ ਹੈ। ਤੁਸੀਂ ਉਹਦੇ ਤੇ ਮੁਤਮਿਨ ਨਹੀਂ, ਤੁਸੀਂ ਕਹਿ ਰਹੇ ਹੋ ਕਿ ਇਸ ਤੋਂ ਅੱਗੇ ਦੇਖੋ। ਸੁਣ ਮੇਰੀ ਗੱਲ ਤੇ ਸੁਣ ਲਓ ਨਾ, ਮੇਰੇ ਵਾਸਤੇ ਰਸੂਲullah ਹੁਜਤ ਨੇ ਰਸੂਲullah ਹੁਜਤ ਨੇ ਤੇ ਇਹਦਾ ਮਤਲਬ ਤੁਸੀਂ ਆਪਣੀ ਹੁਜਤ ਤੋਂ ਇਨਕਾਰੀ ਹੋ। ਮੈਂ ਤਾਂ ਇੰਨੀ ਗੱਲ ਤੁਹਾਨੂੰ ਪੁੱਛਣਾ ਚਾਹ ਰਿਹਾ। ਜੀ ਨਹੀਂ ਦੇਖੋ ਅਸੀਂ ਹਵਾਲਾ ਨਹੀਂ ਸੀ ਲਾਇਆ ਕਿ ਨਬੀ ਆਂਦੇ ਰਹੇ। ਮਿਰਜ਼ਾ ਸਾਹਿਬ ਨਬੀਨ ਵਾਲੇ ਆਇਤ ਦਾ ਵੀ ਹਵਾਲਾ ਮੌਜੂਦ ਹੈ, ਮਿਰਜ਼ਾ ਸਾਹਿਬ ਨੇ ਖੁਦ ਹੀ ਤਫਸੀਰ ਕੀਤੀ ਦੀ ਹੈ ਔਰ ਉਹੀ ਕੀਤੀ ਹੈ ਜਿਹੜੀ ਮੈਂ ਦੱਸੀ ਹੈ। ਉਹੀ ਨਤੀਜਾ ਕਰੇਗੇ ਤੋਹੀਨ ਨਿਕਲ, ਇਹੀ ਨਤੀਜਾ ਕਰੇਗੇ ਇੱਥੋਂ ਨਬੀ ਆਉਣ ਜਾਰੀ ਹੁੰਦੇ ਨੇ। ਹੋਰ ਮੈਂ ਤੁਹਾਨੂੰ ਕੀ ਦੱਸਾਂ, ਲੇਕਿਨ ਮੈਂ ਕਹਿ ਰਿਹਾ ਸਾਂ ਕਿ ਵੀ ਤੁਸੀਂ ਅੱਲਾ ਦੇ ਹਜ਼ੂਰ ਆਪਣਾ ਅਕੀਦਾ ਕੁਰਾਨ ਤੋਂ ਪੇਸ਼ ਕਰਨਾ ਹੈ। ਤੂੰ ਕੁਰਾਨ ਤੋਂ ਮਿਰਜ਼ਾ ਸਾਹਿਬ ਦੇ ਪੈਦਾ ਹੋਣ ਤੋਂ ਪਹਿਲਾਂ ਦਾ ਮੌਜੂਦ ਹੈ ਉਹ ਆਇਤ, ਉਹਦਾ ਆਇਤ ਦਾ ਕੀ ਕਰੋ ਜਿਹੜੇ ਕੁਰਾਨ 'ਚ ਮੌਜੂਦ ਨੇ। ਦੇਖੋ ਭੱਟ ਸਾਹਿਬ ਸਿੱਧਾ ਜਿਹੜਾ ਸਵਾਲ ਹੈ ਨਾ, ਉਹਦਾ ਮਿਰਜ਼ਾ ਸਾਹਿਬ ਤੇ ਪੈਦਾ ਹੋਏ ਨੇ 150 ਸਾਲ ਪਹਿਲੇ, ਉਸ ਤੋਂ 1500 ਸਾਲ ਪਹਿਲੇ ਹਦੀਸ ਵਿੱਚ ਲਿਖਿਆ ਹੈ ਕਿ ਮੈਂ ਆਖਰੀ ਨਬੀ ਔਰ ਮੇਰੇ ਬਾਅਦ ਨਬੀ ਕੋਈ ਨਹੀਂ ਔਰ ਮੇਰੇ ਬਾਅਦ ਜਿਹੜਾ ਮੁੱਦਈ ਨਬੂਵਤ ਹੋਏਗਾ ਔਰ ਝੂਠਾ ਹੋਏਗਾ ਉਹਨੂੰ ਵਹਿਮ ਹੋਏਗਾ, ਜ਼ੋਮ ਹੋਏਗਾ ਕਿ ਮੈਂ ਨਬੀ ਹਾਂ। ਇਹ ਗੱਲ ਤੇ ਮਿਰਜ਼ਾ ਸਾਹਿਬ ਤੋਂ ਬੜੀ ਪਹਿਲੇ ਦੇ ਮੁਸਲਮਾਨਾਂ ਨੂੰ ਪਤਾ ਹੈ। ਇਹਦੇ ਕੋਲ ਮਿਰਜ਼ਾ ਸਾਹਿਬ ਨੇ ਨਵੀਂ ਗੱਲ ਤਾਂ ਦੱਸੀ ਕੋਈ ਨਹੀਂ, ਉਹਨਾਂ ਨੇ ਤਫਸੀਰ ਕੀਤੀ ਉਹਦੇ ਕੋਲ ਫਰਦਰ। ਉਹਨਾਂ ਨੇ ਉਹੀ ਤਫਸੀਰ ਕੀਤੀ ਹੈ ਜਿਹੜੀ ਮੈਂ ਦੱਸੀ ਹੈ। ਮੈਂ ਕਿਹਾ ਹਵਾਲਾ ਮੌਜੂਦ ਹੈ, ਲਾ ਨਹੀਂ ਸਕੇ ਅਗਰ ਤੁਹਾਡਾ ਨੰਬਰ ਹੋਵੇ। ਉਹਨਾਂ ਨੇ ਉਹ ਤਫਸੀਰ ਨਹੀਂ ਕੀਤੀ ਭੱਟ ਸਾਹਿਬ ਜਿਹੜੀ ਤੁਸੀਂ ਕੀਤੀ ਹੈ, ਬਲਕਿ ਤੁਸੀਂ ਉਹਨਾਂ ਦੀ ਤਫਸੀਰ ਦਾ ਹਵਾਲਾ ਦਿੰਦੇ ਹੋਵੋਗੇ। ਇਹ ਠੀਕ ਹੈ ਗੱਲ। ਬਾਕੀ ਇਹ ਹੈ ਕਿ ਅਗਰ ਮਿਰਜ਼ਾ ਸਾਹਿਬ ਦੀ ਕੋਈ ਤਾਰੀਰ ਨਬੀ ਨੇ ਉਹਦਾ ਮਤਲਬ ਕਿ ਰਸੂਲ 1500 ਸਾਲ ਪਹਿਲੇ ਦੱਸ ਗਏ ਨੇ। ਹਾਂਜੀ ਉਹਨਾਂ ਦੀ ਕੋਈ ਗੱਲ ਪੇਸ਼ ਕੀਤੀ ਜਾਏ ਔਰ ਉਹਦੇ ਚ ਆਪਣਾ ਕੋਈ ਇਜ਼ਾਫਾ ਨਾ ਕੀਤਾ ਜਾਏ ਤਾਂ ਫਿਰ ਉਹ ਠੀਕ ਹੈ ਗੱਲ। ਔਰ ਮਿਰਜ਼ਾ ਸਾਹਿਬ ਦਾ ਕਲਾਮ ਜਿਹੜਾ ਉਹ ਕੁਰਾਨ ਸ਼ਰੀਫ ਦੀ ਤਫਸੀਰ ਸੈਯਦ ਸਾਹਿਬ ਹਜ਼ਰਤ ਈਸਾ अलैहिस्सलाम ਨੂੰ ਇਹੀ ਕਿਹਾ ਗਏ ਨੇ ਕਿ ਬਹੁਤ ਸਾਰੇ ਝੂਠੇ ਆਣਗੇ।
ਨਮਾਜ਼, ਜ਼ਕਾਤ, ਰੋਜ਼ਾ, ਹਜ, ਸਾਰੀਆਂ ਚੀਜ਼ਾਂ ਇਸਲਾਮ ਤੋਂ ਪਹਿਲੇ ਵੀ ਮੌਜੂਦ ਸਨ, ठीक है। दूसरी गल है कि अल्लाह ताला फरमाता तो इनसे कह दे कि मैं वही बयान करता हूँ जो मुझे वही किया जाता है। वही है कह रही है नबी आगे जाएंगे तो नाउज़ बिल्ला तुसी नबी की इशाद जो है इस तरह पेश कर दे को वही के खिलाफ हो जाए। असी वो अगर समझते हैं तो वही के मुताबिक समझते हैं, वही के खिलाफ नहीं समझते। अगर खिलाफ कोई निकले तो उन्होंने रद्द कर देने। अल्लाह ताला ने कुरान की हुज्जत बयान की है, किसी रावी की हुज्जत बयान नहीं की। मतलब बार बार पूछ चुके हैं यार किसी रावी ने बयान करता इस्लाम की हुज्जत बयान की है, कोई आयत पेश करो। कोई आयत नहीं, सिर्फ दावे ने अकीदे ने कुछ भी नहीं मौजूद। दोस्तों मैंने कहनी आयत है कि मैं WhatsApp अर्ज करता ना मान लेना। दोस्तों मैंने आयत को दसो सुनिए। WhatsApp मैं अर्ज कर देना थोड़ा जिहा। अल्लाह ताला फरमांदा है कि तुहाडे वास्ते अहले किताब दा खाना हलाल है, कुरान दे विच लिखिया है। अगर कोई अहले किताब खा रहा सूअर तो मैं उधर आके खा ला क्योंकि खा रहा है। मेरे वास्ते अल्लाह ने दूसरी जगह दस्सिया कि तेरे वास्ते लाहमुल खंजीर जिहड़ा तेरे वास्ते हराम है। गल क्लीयर हो गई। दो गल्लां जो सानू साबित हो गया कि एक जगह ते कोई गल ऐसी है ਉਹਦੀ तफसीर दूसरी जगह ते अच्छा भट्ट साहब ये अगली कब है, ये जो अगला जो मुनाजरा है ये कब होना है? कल बंदे का कोई इलाज कर रहा अच्छा कल होना है। ਇਹਨੂੰ ਪਹਿਲੇ ਦੱਸ ਲਓ ਸੈਣੀ ਸਾਹਿਬ ਕਿ ਕਦੋਂ ਹੋਣਾ ਹੈ ਤਾਂ ਕਿ ਤਸੱਲੀ ਹੋ ਜਾਏ। सही साहब तुसी अगले पिछली बंद करया करो, तुसी सही सही है दो तुसी अहले बैत तो तुसी अगला पिछला बंद कर दे हुंदे हो। हां जी बड़ी बड़ी अच्छी गुफ्तगू है माशाल्लाह, बहुत ही प्यारी मैंने तो जानना बात किया तो मैंने जानना ना है ना फिर तो चलो अली भाई यार तो मैंने जानना चाहिए कुरान दी आयत है ये बंद करने वाली वो सुना दो ताड़ी नस्ल ते कुरान उतरे है ना बंद करने यार वाली ऐसे बंदा था कोई ਉਹਨੂੰ ਕਿਤੇ ਪਾਗਲਖਾਨੇ ਦਾਖਲ ਕਰਾ ਦਿਓ ਯਾਰ, ਚੰਦਾ ਇਕੱਠਾ ਕਰਕੇ ਇੰਨਾ ਚੰਦਾ ਇਕੱਠਾ ਹੋ ਰਿਹਾ ਕੀ ਕਰ लेकिन सदीक शाह साहब आप ये तो मानेंगे ना काफी चंदा देते हो, काफी नहीं है और सर हमें भी कोई बड़ा जो चंदा दिया सही यार मेरा चंदा आया बड़ा इकट्ठा है रोड में वो यार बड़ा चंदा देता है यार तू बड़ा ही मुबारक साहब खाना एक मिनट दे दियो सर। बड़ा ही चंदा देता है सैयद अजीम शाह बन गए मुबासिर साहब बन गए सारे हीरा मंडी के दलाल शाह सर मास्टर साहब हमें भी एक मिनट दे वाटर साहब की गल सुनो जी। वाटर साहब जी जी अच्छा जी मैं ज़रा मतलब कि अपने भट्ट साहब से एक सवाल पूछना चाहता हूँ। जी जी पूछो। हाँ जी भट्ट साहब मेरी बात सुने कि आपके ख्याल में ख़त्म नबूवत में नबी बंद हो चुके हैं, एक नबी आ सकता है कि वही आ सकती है? सिर्फ ये सवाल का जवाब दे दें, हवाला हवाला कोई ना दें। जी देखिए मैं वो बात करूंगा जो कुरान से साबित है और हज़रत मसीह के सामने उस तरह छोटी बात करनी है। नबी आ सकते हैं, नबी आ सकते हैं भट्ट साहब। हवाला पेश किया मैंने, सारे दलाइल ये दिए नबी आ सकते हैं। और क्या दलील दी है बताया मैंने कि सर सिर्फ एक नबी आ सकता है, ये बता दें। सिर्फ एक नबी आ सकता है कि नबी आ सकते हैं? नहीं, नबी क़यामत तक आते रहेंगे, ये दलील मैंने बार बार दी है, आपको समझ नहीं आई? वाटर साहब अहमदियत तो अच्छा भट्ट साहब मैं आपको एक बात बता दूं, मैं पहले दिन से ना ये वाली बात ना ये हकीकत है जमात में कि जमात में ना 3 अकीदे हैं। एक तो ये है कि नबी आते रहेंगे जैसे पहले भी आते रहे थे। एक अकीदा ये है कि वही आती रहेगी, नबी नहीं आएंगे वही आती रहेगी और एक ही नबी आएगा। और एक लौरी जमात का अकीदा है कि जनाब कोई नबी नहीं आएगा, सिर्फ और सिर्फ कशफ इल्हाम रोया, वही भी कहना है तो वही भी कह लें, वो भी जारी है। नहीं तो ये बात दुरुस्त नहीं है, ये बात दुरुस्त नहीं है। नबी आते रहेंगे, जमात का यही अकीदा। मैंने ये अकीदा कहीं नहीं सुना जो आप कह रहे हैं। बात पहली है, दूसरी है कौन सी क्लास का है ये अकीदा? हाँ जी हज़रत मसीह मऊद का अकीदा ये है कि जनाब नबी जो है ना वो क्या कहते हैं, एक लिहाज से उन्होंने अपने आप को नबी कसरत वही की वजह से कहा है। नहीं ये भट्ट साहब अगर फरमा दें ये कौन सी क्लास का है ये अकीदा? ये जमात का अकीदा है। ये हज़रत मसीह इस्लाम ने अपनी किताबों में बार कौन सी एक किताब का हवाला दे दें, कौन सी किताब? मैंने लेक्चर सियालकोट का हवाला दिया है। मेरे पास जो है रुके जरा ठहरे जरा, लेक्चर सियालकोट में क्या फरमाया मिर्जा साहब ने?
ओ भाई मैं पढ़ाने नहीं आया, आप खुद जाके पढ़ लें, आप अहम भाई ठीक है ना। पढ़ाने नहीं आए, अगर वो नहीं तो पढ़ लेना, फिर कुछ सीख नहीं, ले। मैं पढ़ के बता रहा हूँ भाई ना, आपको मिर्जा बताया। साहब ये कहते हैं मेरे पर यही खोला गया है कि हकीकी नबूवत के दरवाजे खातमुन नबिय्यीन सल्लल्लाहु अलैहि वसल्लम के बाद बकुली बंद हैं। अब ना जी। कोई जदीद नबी हकीकी मानों की रूह से आ सकता है और ना कोई कदीम नबी। तो यही अकीदा है हमारा, और इसके यही खिलाफ अकीदा, और कोई आप बात कह रहे हैं कि नहीं। नबी आते रहेंगे, ताहिर जिस साहब तरह पहले हकीकी आते रहे। नबूवत क्या है ताहिर साहब? हकीकी यार नबूवत क्या है? मैं गुस्सू तरह देखो, ये जानबूझ की शरारत करनी होती है, अच्छा, बात पूरी करनी नहीं होती और ऐसी बात। हकीकी नबूवत क्या है ताहिर साहब? नहीं तो टीचर साहब ना गुस्सू करो, जिस बंदे का मकसद है वो शरारत करना है तो उसने गुस्सू नहीं करना। भट्ट साहब बिल्कुल बिल्कुल अच्छे बच्चे की तरह गल ताहिर करो। साहब हकीकी नबूवत क्या है? मैं अब्दुल शेखर शरारत साहब के एक लिए एक करके अवेलेबल बोलो। नहीं हूँ, शरारत के लिए मैं अवेलेबल नहीं हूँ। ताहिर साहब, आप किसी बात अकल को के क्या लिए भी करें? आपको ये अवेलेबल बड़ी नहीं प्रॉब्लम है, है, आपकी आपको बात करते समझ हैं बूझ आप। के लिए भी आप अवेलेबल, आप दूसरों की तस्वीर करने के लिए अवेलेबल ना करें कि मैं अकल के भी अवेलेबल नहीं, फिर बाद भी सवाल मुझसे कर रहे हैं। भाई मैं तो मिर्जा साहब का ये पैगाम दे रहा हूँ, दलील दे रहा हूँ उनके अपने अल्फाज में। कहा ना, हाँ, तो हकीकी नबूवत क्या है ताहिर साहब? वो हकीकी वो नबूवत होती है जो गैर हकीकी ना हो। दुरुस्त का है, नहीं, दुरुस्त का है, और ये आप अपने अल्फाज, आपने गलत अल्फाज बोले। भाई अकल हो तो फिर भाई ये क्या पता चल हजरत जाता मसीह है। मौद अलैहिस्सलाम के अल्फाज बोले? अच्छा सुने फिर हजरत मसीह उन्होंने मौद कहा है अलैहिस्सलाम- हकीकी ओए, नबूवत सुने मतलब ना, बात तो बिल्कुल मैं हकीकत जा नहीं। रहा हूँ फिर ओए, यानी सुने शरीयत के लिहाज से बात हो रही है। और सुने तो सही ना, अब कानों से सुनना होता है ना, जुबान बाहर निकाल से सुना तो नहीं जाता ना। अब सुने, वो कहते हैं कि मेरे पर यही खोला गया है कि हकीकी नबूवत के दरवाजे खातमुन नबिय्यीन सल्लल्लाहु अलैहि वसल्लम के बाद बकुली बंद है। अब ना कोई जदीद नबी हकीकी मानों की रूह से आ सकता है और ना कोई कदीम नबी, मगर हमारे जालिम मुखालिफ ख़त्म नबूवत के दरवाज़ों को पूरे तौर पर बंद नहीं समझते, बल्कि उनके नज़दीक मसीह इसराइली नबी के वापस आने के लिए अभी एक खिड़की खुली है। सिराज मुनीर सफ़ा नंबर 3। ये है मिर्जा साहब। कोई तो आप बता पाते हैं ना, तशरीह कर पाते हैं, और फिर ऐसी आके शोर मचाते हैं। हकीकी नबूवत क्या है आपने बताया नहीं। हकीकी नबूवत क्या है? हजरत मसीह मौद अलैहिस्सलाम के हकीकी नबूवत क्या है? ट्रू जो नबी होता है हकीकी तौर पर वो हकीकी होता है, जो गैर हकीकी होता है ये वो गैर आपकी हकीकी अपनी अंडरस्टैंडिंग है। है। हजरत मसीह मौद अलैहिस्सलाम ने कहा है कि हकीकी नबूवत जिसकी अपनी कोई हकीकत नहीं, फिर उन्होंने उसकी मिसाल दी तो नबूवत शरीयत के लिहाज से, यानी कि शरीयत किसकी है? हजरत मोहम्मद सल्लल्लाहु अलैहि वसल्लम की। जैसे सूरज और चांद है, जो रोशनी है वो नबूवत की रोशनी वो हजरत मोहम्मद सल्लल्लाहु अलैहि वसल्लम से फूट रही है, वो सिराज मुनीर है, वो रिफ्लेक्ट हो रही है चांद में जो इमाम मेहदी है। और वो क्या नबूवत क्या है? वो है शरीयत। और ट्रुथ सीकर साहब, ये है हकीकी नबूवत। मैं यानी कि वो ताहिर साहब झगड़ा डालने आ जाते हैं। नहीं नहीं नहीं, ताहिर साहब नहीं पानी, शोर नहीं पाना, बुखार नहीं लगना। नहीं, ताहिर साहब ने झगड़ा नहीं डाला, वो आपको ये बात बता रहे हैं कि जब आप कहते हैं कि नबूवत जारी है तो इससे गलत इंप्रेशन पड़ता है। नबूवत जारी नहीं है, कहां से जारी होगी? अगर हजरत मसीह मौद ने भी बार बार फरमाया कि बंद है बंद है बंद है, नबी करीम सल्लल्लाहु अलैहि वसल्लम की बासत के बाद वो नबूवत का सिलसिला जो हजरत आदम से शुरू हुआ आप पर तमाम हुआ, और जो वही नबूवत है वो भी कुल्ली तौर पर बंद है, तो तुसी क्यों कहते हो जी नबूवत जारी है? और इसी चीज को वो अपना आग लगाते हैं जो गैर अहमदी हैं, जो कि खुद नबूवत को जारी करते हैं हजरत ईसा को एक खिड़की के थ्रू नीचे गिरा के। और इससे मुराद ये होती है आप बैल मुझे बार बार मार, Exactly. जुत्ती है कि आप मेरे सिर दे उत्ते तोड़ तोड़ कर दिया छड़, जो थक जाए तो अपने दूजे भाई नू कही मेरे दूजे पासे मारे। हुण जमील भाई, मिर्जा साहब क्या कहते हैं? याद रखना चाहिए, ये मेरे अल्फाज नहीं है, याद रखना चाहिए कि मुझ पर और मेरी जमात पर जो ये इल्ज़ाम लगाया जाता है कि हम रसूलुल्लाह सल्लल्लाहु अलैहि वसल्लम को खातमुन नबिय्यीन नहीं मानते, ये हम पर इफ्तराए अजीम है। हम जिस कुव्वत, यकीन, मार्फत और बसीरत के साथ
حضرت صلی اللہ علیہ وآلہ وسلم کو خاتم الانبیاء مانتے اور یقین کرتے ہیں، اس کا لاکھواں حصہ بھی دوسرے لوگ نہیں مانتے، اور ان کا ایسا ظرف ہی نہیں ہے۔ وہ اس حقیقت اور راز کو جو خاتم الانبیاء کی ختم نبوت میں ہے سمجھتے ہی نہیں۔ انہوں نے صرف باپ دادا سے ایک لفظ سنا ہوا ہے، مگر اس کی حقیقت سے بے خبر ہیں، اور نہیں جانتے کہ ختم نبوت کیا ہوتا ہے اور اس پر ایمان لانے کا مفہوم کیا ہے۔ مگر ہم بصیرت تام سے، جس کو اللہ تعالیٰ بہتر جانتا ہے، حضرت صلی اللہ علیہ وآلہ وسلم کو خاتم الانبیاء یقین کرتے ہیں، اور خدا تعالیٰ نے ہم پر ختم نبوت کی حقیقت کو ایسے طور پر کھول دیا ہے کہ اس عرفان کے شربت سے جو ہمیں پلایا گیا ہے ایک خاص لذت پاتے ہیں جس کا اندازہ کوئی نہیں کر سکتا بجز ان لوگوں کے جو اس چشمے سے سیراب ہوں۔ اب اتنی واضح ہدایت کے بعد ان پر یہ الزام دھرنا جو فرماتے ہیں کہ خوب یاد رکھنا چاہیے کہ نبوت تشریح کا دروازہ بعد حضرت صلی اللہ علیہ وآلہ وسلم کے بالکل مسدود ہے، اور قرآن مجید کے بعد اور کوئی کتاب نہیں جو نئے احکام سکھائے یا قرآن شریف کا حکم منسوخ کرے یا اس کی پیروی معطل کرے، بلکہ اس کا عمل قیامت تک ہے۔ اب مطلب یہ الفاظ مرزا صاحب کے ہیں، میں جتنا کہیں وہ کر دوں۔ اب یہی تو الفاظ ان کو مانے نا طاہر صاحب، کیا جتنے الفاظ ہیں اتنا مانے نا، آپ نے اپنی طرف سے جتنے الفاظ ہیں اتنا بھی مانتے ہیں، اور بالکل مانتے ہیں، 100% مانتے ہیں، 99% نہیں مانتے ہیں، 100% مانتے ہیں، لیکن 100% کا مطلب یہ نہیں کہ اپنے آپ سے لطف شریف تال کے ان کے اوپر بہتان لگا دیں کہ انہوں نے یہ دعویٰ کیا کہ یہ کہنا کہ اسی طرح جاری ہے جیسے نبوت کا دروازہ بند ہے، شریعت صاحب نے یہ کہا ہے کہ نبوت اسی طرح جاری تھی، یہ جہالت ہے، گمراہی ہے، یہ اور ان کے فیض نبوت کے اندر امتی نبی آ سکتا ہے۔ رمنی بھائی بات پوری کیا کریں۔ جب آپ مرزا صاحب کا کوئی کلام پڑھتے ہیں تو آپ اسے ٹیمپر تو نہیں کرتے کہ اس میں کوئی لفظ زیادہ ڈال دیں، کچھ کم کر دیں؟ نہیں کرتے مانی چھپاتے ہیں یہ طاہر امجد صاحب، مانی چھپاتے ہیں، اپنی تشریح آپ کر دیں۔ ٹروتھ سیکر صاحب، کچھ دن پہلے کسی شخص نے یہ سوال پوچھا، ایک بچی نے حضرت خلیفۃ المسیح خامس سے کہ حضور کیا نبوت جاری ہے اور حضرت مسیح موت کے بعد بھی کوئی نبی آ سکتا ہے؟ تو آپ نے کہا کہ کہاں پہ یہ لکھا ہوا کہ نبوت جاری ہے؟ مسیح موت کے بعد بھی نبی آئے گا، ایک ہی نبی کا ذکر ہے بس، اور وہ آ گیا۔ تو آپ کو کسی نے کہا کہ نبی آ سکتا ہے؟ وہ پیش گوئی کے لحاظ سے ہے نا مسٹر بمباسک صاحب۔ یار ابھی آپ حضرت مسلم خلیفۃ المسیح کی آپ کیوں نبوت کو جاری کرتے ہیں؟ بھائی مسٹر بمباسک صاحب، جب آپ پوری باتیں نہیں پڑھیں گے، خلیفہ رابع نے بھی جہاں پہ یہ کہا کہ ایک نبی پیش گوئی کے حساب سے آ سکتا ہے، ایک اور جگہ یہ بھی کہا کہ امتی نبی آ سکتے ہیں۔ میں آپ کو سنا دیتا ہوں بھائی، بات سنیں، ہمیں بھی پتہ ہے، آدھی باتیں یہ پرابلم پتہ ہے کیا ہے؟ اور پھر یہ ہمارے یہ جو بزرگوار بیٹھے ہوئے ہیں نا سارے، لڑائیاں نہ کیا کریں جا کے لڑائیاں، اور نہیں ہم لڑائی نہیں کرتے، لیکن ٹروتھ سیکر طاہر امجد صاحب ایسی بغیر وجہ کے ایسے جوشیلے ہو کے تو لڑائی کرنے آ گئے، اور بات پوری وہ بات ٹھیک ہے، جوشیلے نہیں ہونا چاہیے، جوشیلا نہیں ہونا چاہیے صاحب۔ جو مرزا صاحب نے اپنی کتاب میں یہ تحریر لکھی ہوئی ہے کسی کتاب میں کہ نبوت ایسے ختم نہیں ہوئی جیسے کسی چیز کا گلا ڈھونڈا جائے کو ختم کیا جاتا ہے۔ ہاں جی، تو میں پڑھ دیتا ہوں۔ ہاں جی، وہ بھی مضمون ہے۔ میرے مرزا صاحب نے بات لقمان صاحب، بات صرف یہ ہے کہ سب کو سمجھ ہے، سب سمجھتے ہیں، صرف الفاظ کا چناؤ جو ہے نا وہ بہتر ہونا چاہیے۔ جو نتیجہ آپ نکالتے ہیں نتیجہ غلط نکالتے ہیں نا، تو اب میں مانتا ہوں کہ الفاظ کا چناؤ بہتر ہونا چاہیے۔ یہ بات دوسرے پر الزام ہے۔ طاہر امجد صاحب جو ہے نا وہ الفاظ کا چناؤ ٹروتھ سیکر صاحب جو ہے نا جو دوسرے کے اوپر جھوٹا الزام لگا کر یہ اپنا قد اونچا کرنا چاہتے ہیں، اور آپ سب احمدی بھائی ہیں، احمدی بھائی آپس میں نہ اس طرح کریں۔ ٹروتھ سیکر صاحب نے چھوٹا ہے، پیار میں سمجھا دو، کوئی گل نہیں۔ نہیں اچھا ٹروتھ سیکر بھائی، آپ مجھے ایک بات بتا دیں کہ حضرت خلیفہ ثانی کی تحریروں کے مطابق حضرت مرزا صاحب جو ہیں وہ ایک مکمل نبی ہیں کہ وہ ذلی نبی ہیں؟
نہیں یار تیرے سوال بڑے مشکل ہوندے نے نہیں تو یہ مرزا صاحب نہیں پتا یار کہتے ہیں نا حضرت مسیح موعود علیہ السلام سے پوچھ لو۔ تو احمدی نہیں ہے گا یار ایڈا پکا تو احمدی ہے نسل در نسل تو ساڈا ضرور امتحان لینا ہوندا تو سانو اچھا سکھایا جی میں بتا دیتا ہوں ہاں، سن بتاؤ۔ لیں جی جی۔ بالکل جی وہ بالکل غیر مشروط اور مکمل نبی ان کو مانتے ہیں اور بالکل ایسا مکمل نبی مانتے ہیں جیسے حضور صلی اللہ علیہ وسلم سے پہلے نبی تھے اور یہ بھی عقیدہ رکھتے ہیں کہ آئندہ بھی نبی آتے رہیں گے۔ ٹھیک ہے جی سن لی تاڈی گل میرے ہاں جی جب ہمارے 3 عقیدے ہوں گے تو بس وہ 3 عقیدے ساتھ لے کے نہیں بندہ چل سکتا، تہاڈا ایک کیڑا ہے؟ فیصلہ کر لیں تہاڈا اور کیڑا اپنی ہے؟ ڈیفینیشن مکمل کر لیں ورنہ سارے مناظرے ہاریں گے نہیں انشاءاللہ، ٹھہرو تہاڈا کیڑا سب عقیدہ مناظرے ہے؟ فارغ ہوں گے۔ نہیں تہاڈا کیڑا عقیدہ واٹر صاحب تسی تے دسو میں تہاڈا خلافت کیڑا گروپ والا ہے خلافت گروپ والا لیٹسٹ عقیدہ۔ او کی ہے ذرا دسنا بولو ذرا ایکسپلین کرو۔ ہاں جی لیٹسٹ عقیدہ یہ ہے کہ صرف ایک نبی آ سکتا ہے اور وہ حضرت مسیح موعود آ گئے ہیں ہاں جی اور اس کے بعد بس کشف اعلان رویا جو ہے وہ جاری ہو سکتی ہے، یہ لیٹسٹ یہ لیٹسٹ عقیدہ ہے۔ اچھا جی چلو پھر تسی مناظرہ کریا کرو۔ جناب مناظرے کوئی جو ہو اور رہے نہ ہیں آ وہ رہی۔ 3 عقیدوں کے ساتھ ہو رہے ہیں تو وہ تو ہمیشہ ہماری ہار ہی ہار ہوئے گی۔ نہیں وہ تاڈی ہار ہوئے گی، ہم میں سے جو بھی بات کرتے ہیں اس کو بالکل پتہ ہے ایک ہی عقیدہ ہے۔ جہاں تک یہ 3 بات کروڑیں ہے لگیں گے نبوت کا سلسلہ جاری ہے، 3 کیسے لگیں گے نبوت کا سلسلہ جاری آپ کو کچھ ہے۔ نہیں کون سا پتا۔ نبوت کا سلسلہ جاری ہے؟ نہیں جی کون سا نبوت کا سلسلہ جاری ہے ابھی؟ سلسلہ جاری نہیں او ہے تو یار مرزا صاحب سید کیسے چمونے نبی بن شاہ کے آ گئے تو پھر؟ چپ کرنا یار مرزا صاحب چمونیا تو دے چپ کر سیداں دے چمونیا جا لو جی سن لو انہاں دی پلاٹ اور تو مرتاد ہو گیا یار تے واٹر اپنا صاحب، کھیر کھا تے عتیق شاہ صاحب آپ کو پلاٹ مل گیا تو بغیر کی کھیر کھا جا کے واٹر صاحب پلاٹ مل گیا عتیق شاہ صاحب آپ کو پلاٹ مل گیا عقیدہ بنا لیں، او سید چمونے شاہ تو بغیر کی کھیر کھا یار نہ آپ کا مسئلہ یہ ہے مرزا صاحب کی پہلی رات ہے، آپ جو مرضی عقیدہ بنا لیں۔ منظر پاگل خانے داخل کرا دو کوئی چندہ کٹا کر کے کی نہ کرنا یار پاک سر زمین یہ سید ہو کے ایسا یار اینو لے لینا ایسا کو بڑھا سید ہے بغیر حالانکہ مکان مل گیا میں ان کو۔ نسیا جماعت تو چھتر مار کے باہر کر دیا۔ الحمدللہ میرے ذاتی اختیار ایسا بے شرم آدمی ہے۔ شاہ صاحب کسی اور کو بھی بات کرنے دیں میں سید یار چمونے میں تو بولے نہیں تہاڈا بندہ پاگل ہے اچھا مبصر صاحب ایک منٹ، اچھا یہ جو ابھی جو ڈبیٹ ہوئی تھی نا ختم نبوت یونیورسٹی اور عامر نذیر صاحب کے درمیان، ایک چیز تو بڑی واضح ہے کہ عامر نذیر کے مطابق یہ جو مسلمان ہیں جو غیر احمدی مسلمان ہیں وہ عقل اور حکمت استعمال کرنے سے آ رہی ہیں، ٹھیک ہے؟ یہ آپ غور کریں کیونکہ اصل جو ٹاپک تھا وہ یہ تھا کہ ختم نبوت یعنی کہ حضرت محمد صلی اللہ علیہ وسلم کے بعد کوئی نبوت یا امتی نبی نہیں آ سکتا، یہ اس میں کوئی فائدہ ہے، کوئی تاثیر ہے امت کے لیے؟ کیا ہم اس کو عقل اور حکمت سے سمجھیں گے؟ اس پہ انہوں نے عامر نذیر صاحب نے ہمت ہی نہیں کی اس کا جواب دینے کی، اور وہ اس بات کا اقرار کرتے ہوئے نظر آئے کہ ہم نے عقل اور حکمت استعمال نہیں کرنی، ٹھیک ہے؟ یہ تو بڑا واضح طور پہ آپ پورے ایک منٹ مجھے بات مکمل کرنے دیں، پورے مناظرے میں یہ بڑے آرام سے اور کھلم کھلا یہ ایکسیپٹ کرتے ہوئے نظر آئے کہ ہاں جی یہ جتنے سرکاری مسلمان ہیں انہوں نے عقل اور حکمت استعمال نہیں کرنی، اور ساتھ یہ بھی کہ عقل استعمال نہ کرے اللہ تعالیٰ پلیدی مل دے جہنم میں ڈال دے، تو یہ ان کو بہرحال پھر بھی عقل اور حکمت استعمال نہیں کرنی۔ تو یہ تو سکر صاحب آپ نے عقل حکمت 5 دفعہ استعمال کر دیا، سن لیں تو یہ 72 جو 5 دفعہ آپ نے ایک بات استعمال کیا ہے، عقل استعمال نہیں استعمال تو نہیں یہ کرنی، استعمال کر اللہ تعالیٰ نے اس کا دماغ مار دیا ہے۔ عامر صاحب نے آپ کو مرزا صاحب کی تحریرات دی ہے۔ اب سے ان سرکاری مسلمانوں کا نام سکر صاحب بات سن لیں، کون عامر صبر کر لیں، نذیر آپ کی بات سن لیں۔ حکمت سے آج مسلمان او بھائی بات سن لو، عامر صاحب آپ کو مرزا صاحب کی تحریرات آپ اس کا جواب نہیں دے سکتے، مسئلہ تو یہ ہے آپ عامر نذیر کو کیا کہہ رہے ہیں؟ آپ نے دکھنا مرزا صاحب
ओए चुप कर। नहीं उनका जवाब दिया है साहब की पहली रात मार गए और आप उसका जवाब नहीं दे ओ सकते। यार इसे नहीं, जवाब चुनने की दिया है। बात का आप कोई मान ना रहे ना ना हैं। कोई जवाब नहीं दिया दिया है। मैं ये उसी कह रहा हूं, का- आप- मैं अपने आपने शिकस्त मान- दूर करता आपने हूं। उसी माना कर नहीं। इसकी बात का अरे जवाब नहीं भाई, देना इस चुप होने यार, की बात का। सिंपल चुप रह बात यार, समझ लो। इसको केले को बोलने कि दो। आमर साहब आपके मुंह पर जो मार के गए वो मिर्जा साहब की तहरीरात हैं जिनको आप हकम मान रहे हैं और उनको आप बात भी उनकी नहीं सुन रहे। ये मसला है सारा। आपको अक्ल ये बड़ा आप देखो। हाँ ये आप ऐसी नज़ीर का बात चुमोना है। बिल्कुल बिल्कुल। मिर्जा साहब की तहरीरात आपके मुंह पर उन्होंने मारी हैं और आपके पास किसी के पास जवाब नहीं था कि हम मिर्जा साहब की तहरीरात का जवाब क्या दें। ये मसला है सारा। किसी के पास ਤੁਸੀਂ ਕਿੰਨੇ ਬੰਦੇ ਬੈਠੇ ਸੋ ਯਾਰ ਦੱਸਿਓ ਸਹੀ ਤੀਕ ਸ਼ਾਹ ਸਾਹਿਬ ਕਹਿ ਆਪ ਸਭ ਕੇ ਪਾਸ ਇਹ ਕਿੰਨੇ ਬੰਦੇ ਮੁਨਾਜ਼ਰਾ ਕਰ ਰਹੇ ਸਨ ये भावें यार, दस तू कर रहे आगे हैं, सैयद अतीक शाह साहब दे दे। चमुने शाह नु दवा ਉਹ ਖੁਦਾ ਦਾ ਖੌਫ ਕਰਿਆ ਕਰੋ ਸੈयਦ ਅਤੀਕ ਸ਼ਾਹ ਸਾਹਿਬ ਓ ਯਾਰ ਮੌਲਵੀ ਸਾਹਿਬ ਤੁਸੀਂ ਤਾਂ ਅਕਲ ਦੀ ਕੋਈ ਗੱਲ ਨਹੀਂ ਕਰੇ ਤੁਸੀਂ ਛੱਡ ਦਿਓ ਕੋਈ ਅਕਲ ਦੀ ਗੱਲ ਤੁਸੀਂ ਨਹੀਂ हाँ ਕਰਦੇ। कोई अकल मांग नहीं है। आओ, देखो आज। चमुना ਮੌਲਵੀ ਸਾਹਿਬ ਨੇ ਕਦੀ ਅਕਲ ਦੀ ਗੱਲ ਨਹੀਂ ਕੀਤੀ। ਜਦੋਂ ਮੌਲਵੀ ਸਾਹਿਬ ਆਏ ਨਾ ਕੋਈ ਅਕਲ ਤੋਂ ਪੈਦਾ ਅੱਛਾ ਜੀ ਕੀਤੀ। ਅੱਛਾ ਚਲੋ ਮੈਂ ਤੇ ਅਕਲ ਦੀ ਗੱਲ ਨਹੀਂ ਕਰਦਾ ਤੁਸੀਂ ਤਾਂ ਬਦਤਮੀਜ਼ੀ ਛੱਡ ਦਿਓ ਤੁਸੀਂ ਤਾਂ ਬਦਤਮੀਜ਼ੀ ਤੋਂ ਇਲਾਵਾ ਗੱਲ ਹੀ ਨਹੀਂ ਕਰਦੇ चमुने शाह ਮੈਂ ਸਿਰਫ ਇਹ ਕਿਹਾ ਕਿ ਮਿਰਜ਼ਾ ਸਾਹਿਬ ਦੀ ਤਹਿਰੀਰਾਤ ਨੂੰ ਮੰਨਣ ਤੋਂ ਅਹਿਮਦੀ ਮੁਨਕਰ ਨੇ। ਇਹਦੇ ਵਿੱਚ ਕੀ ਬਦਤਮੀਜ਼ੀ ਹੈ? ਆਮਰ ਸਾਹਿਬ ਨਹੀਂ ਹੁਣ ਤੇ ਮਿਰਜ਼ਾ ਸਾਹਿਬ ਦੀ ਤਹਿਰੀਰਾਤ ਮੈਂ ਦੇ ਰਹੇ ਇਹਦੇ ਵਿੱਚ ਨਹੀਂ ਤੁਸੀਂ ਕਹਿ ਰਿਹਾ ਉਹਦਾ ਲੇਕਿਨ ਇਨਕਾਰ ਉਮੂਮੀ ਤੌਰ ਤੇ ਤੁਸੀਂ ਬਦਤਮੀਜ਼ ਹੋ ਮੈਂ ਉਮੂਮੀ ਗੱਲ ਕਰ ਰਿਹਾ ਤੁਹਾਡੀ ਉਹ ਤੁਹਾਡੀ ਸੋਚ ਹੈ ਮੈਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ। ਮੈਂ ਸਿਰਫ ਹਾਂਜੀ, ਸਾਹਿਬ ਨਾਲ ਮੈਂ ਗੱਲ ਉਮੂਮੀ- ਕੀਤੀ ਹੈ ਉਹਨਾਂ ਨੂੰ ਮੈਂ ਸਮਝਾਇਆ ਹੈ ਕਿ ਤੁਹਾਨੂੰ ਮਿਰਜ਼ਾ और ਸਾਹਿਬ ਦੀ तेरे को ਤਹਿਰੀਰਾਤ सानू समझने की जरूरत नहीं है। ਤੁਸੀਂ ਉਹਦਾ ਇਨਕਾਰ ਕਰ ਦਿੱਤਾ। ਸਰੀ ਤੁਸੀਂ ਮਿਰਜ਼ਾ ਸਾਹਿਬ ਦਾ ਇਨਕਾਰ ਕਰ ਰਹੇ ਹੋ ਆਮਰ ਸਾਹਿਬ ਦਾ ਇਨਕਾਰ ਨਹੀਂ ਕੀਤਾ। चल चल अगे लग अगे लग तुसी ते रसूल छड़ दिता पीरां दिते आ की भाई सूए खोती ते किले कमियारी ਇਹਨੂੰ ਕਹਿੰਦੇ ਨੇ ਨਾ ਸੂਏ ਖੋਤੀ ਤੇ ਕਿਲੇ ਕਮਿਆਰੀ ਅਸੀਂ ਛੱਡ ਦਿੱਤਾ ਤੇ ਤੂੰ ਮौज ਕਰ। ਤੈਨੂੰ ਕੀ ਤਕਲੀਫ ਹੈ? ਤੂੰ ਖੀਰ ਖਾ ਬਗੈਰ आपको तो खुश होना चाहिए ना कि चलो मैंने थोड़ा ਮੈਂ ਤਾਂ ਖੁਸ਼ ਹਾਂ ਮੈਂ ਤਾਂ ਖੁਸ਼ ਹਾਂ ਕਿ ਆਮਰ ਸਾਹਿਬ ਤੁਹਾਨੂੰ ਮਿਰਜ਼ਾ ਸਾਹਿਬ ਦੇ ਮੁਨਕਰ ਕਰ ਗਏ ਸਾਰਿਆਂ ਨੂੰ। ਉਹ ਤੂੰ ਬੇਸ਼ਰਮੀ ਦੀ ਖੀਰ ਖਾ। ਉਹ ਮਿਰਜ਼ਾ ਸਾਹਿਬ ਦੇ ਮੁਨਕਰੋ ਮਿਰਜ਼ਾ ਸਾਹਿਬ ਦੀ ਗੱਲ ਮੰਨੋ। अब तुसी मुनकर साहब दे हम नहीं हो। ਤੁਸੀਂ ਉਹਦੇ ਮੁਨਕਰ और रसूल मुनकरो खुदकशी कर लो। और तुसी जाके- दे मुनकरो खुदकशी कर लो बड़े हो। आदम और तुम्हारा बाप है ना तुम्हारा पीर है। ਨਾ ਪੜੋ ਮਿਰਜ਼ਾ और ਸਾਹਿਬ ਦੇ पीरां ਮੁਨਕਰ ਨਾ दिते ਪੜੋ। आ और सैयद पीरां दिते आ खुदकशी कर ला बेशर्मा। ਉਹ ਖੁਦਕਸ਼ੀ ਦਾ ਮੁਕਾਮ ਹੋ ਗਿਆ ਇੰਡੀਆ ਵਾਸਤੇ ਕਿ ਮਿਰਜ਼ਾ ਸਾਹਿਬ ਦੀ ਤਹਿਰੀਰਾਤ ना ਨੂੰ तेरा ਮਿੱਟੀ प्यो ਦੇ है ਟੋਕਰੇ ते ਸੁੱਟ ना ਰਹੇ ਨੇ। तेरा पीर है। और चलो कुछ भी नहीं अतीक यार। ਮਿਰਜ਼ਾ ਸਾਹਿਬ ਦੀ ਤਹਿਰੀਰਾਤ ਤੇ ਮੰਨ ਲਓ ਯਾਰ ਅੱਲਾ ਲਿਓ तू सिर्फ बड़वा अतीक साहब ਸਭ ਤੋਂ ਵੱਡਾ ਬੜਵਾ ਆਸਤਕ ਸਾਰੀ ਦੁਨੀਆ ਤੋਂ ਵੱਡਾ शाह साहब दूसरा शाह साहब ने बड़वा शाह बड़वा यार एक मिनट, जमील भाई एक मिनट तुसी ਸਭ ਤੋਂ ਵੱਡਾ ਪੜਵਾ ਹੈਗਾ ਆਸਤਕ ਦੁਨੀਆ ਦਾ ਸਭ ਤੋਂ ਵੱਡਾ ਪੜਵਾ ਹੈ। ਉਹ ਤੁਸੀਂ ਵੀ ਘੱਟ ਨਹੀਂ ਹੈਗੇ ਸ਼ਾਹ ਜੀ ਤੁਸੀਂ ਐਵੇਂ ਨਹੀਂ ਤੁਸੀਂ ਵੀ ਮੇਰੇ ਸ਼ਾਮਲ ਹੋ ਮੈਂ ਨਹੀਂ ਜਿਹੜਾ ਮੈਂ ਗੱਲ ਕਰ ਰਿਹਾ ਮੈਂ ਉਹਨੂੰ ਕਹਾਂਗਾ ਜੇ ਤਾਇਰ ਅਮਜਦ ਕਹਿੰਦਾ ਕਿ ਮੈਂ ਪੜਵਾ ਤੇ ਉਹ ਵੀ ਪੜਵਾ ਹੈ ਤੇ ਜੇ ਬੰਬਾਸਟਿਕ ਕਹਿੰਦਾ ਤੇ ਉਹ ਵੀ ਪੜਵਾ ਹੈ। तू पीर बड़वा शाह ਬੰਬਾਸਟਿਕ पीर बड़वा शाह ਬੰਬਾਸਟਿਕ ਬੜਵੋਂ उर्से मुबारक पीर ਬੰਬਾਸਟਿਕ तीर ਬੜਵੋਂ बड़वे का शाह का फजूरी उर्से नबी मुबारक ਬੰਬਾਸਟਿਕ ਬੜਵੋਂ का फजूरी दमस्त कलंदर दम 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 ਬੰਬਾਸਟਿਕ ਬੜਵਾ ਬੰਬਾਸਟਿक ਬੜਵਾ ये बड़वा का मतलब क्या होता है अतीक शाह साहब? ਇਹ ਵਾਟਰ ਸਾਹਿਬ ਤੁਸੀਂ ਤੇ ਮੈਂ ਗੱਲ ਕਰ ਲਈਏ ਵਾਟਰ ਭਾਈ ਬੁਰੇ ਲਫ਼ਜ਼ਾਂ ਨਾ ਬੋਲੋ ਦੋ ਅੱਛੇ ਲਫ਼ਜ਼ਾਂ ਨਾਲ ਸਾਨੀ ਸਾਹਿਬ ਮੈਂ ਤੇ ਵਾਟਰ ਸਾਹਿਬ ਗੱਲ ਕਰ ਲੈਨੇ ਆ ਇਹ ਵਾਟਰ ਭਾਈ ਨੇ ਨਾ ਅੱਗੇ ਬੜਾ ਵੱਡਾ ਇਲਜ਼ਾਮ ਲਗਾਇਆ ਖਲੀਫਤੁਲ ਮਸੀਹ ਸਾਨੀ ਰਜ਼ੀਅੱਲਾਹੁ ਤਆਲਾ ਅਨਹੂ ਤੇ ਯਾਰ ਉਹਨਾਂ ਦੀ 53 ਜਿਹੜੀ ਉਹ ਇੱਕ ਮਿੰਟ ਉਹ ਗੱਲ ਤੇ ਮੇਰੀ ਮੁਕੰਮਲ ਕਰਨ ਦਿਓ ਨਾ ਉਹ 53 ਦੇ ਵਿੱਚ एक मिनट तो ठहर जाए अगले बंदे की नीयत तो देखा करें यार आप इतना बड़ा इल्जाम लगाते हैं आप पता नहीं मुझे जमात से खिलाने फिर रहे हैं मैं ये देख तकफिरुल्लाह यार मनो रहा हूँ कि आप जो है ना मतलब यार मेरी बात सुने मेरा एतराज ये है ਉਹ ਵਾਟਰ ਭਾਈ ਗੱਲ ਤੇ ਕਰਨ ਦਿਓ ਯਾਰ ਉਹ ਵਾਟਰ ਭਾਈ ਗੱਲ ਤੇ ਕਰਨ ਦਿਓ ਮੈਂ ਕਿਹਾ ਵਾਟਰ ਭਾਈ ਜਿਹੜੇ ਨੇ ਨਾ ਹਾਂਜੀ ਹੁਣ ਮੈਨੂੰ ਨਹੀਂ ਪਤਾ ਕਿ ਹਾਂਜੀ ਇਹ ਕੌਣ ਹੈ ਯਾਰ ਆ ਗਿਆ ਜੀ ਜੀ अस्सलाम वालेकुम जमशेद साहब ਇਹ ਸਨੀ ਕੀ ਕਰਦੇ ਹਾਂਜੀ ਇਹ ਸਨੀ ਸਾਹਿਬ ਕੌਣ ਆ ਗਏ ਜੇ ਹਾਂਜੀ ये सब आए हैं ये बकौल आमिर नज़ीर अकल और हिकमत से आरी मुसलमान है। ਅੱਛਾ ਯਾਰ ਗੱਲ ਕਰਨ ਦਿਓ ਵਾਟਰ ਭਾਈ ਨਾਲ ਵਾਟਰ ਭਾਈ ਮੈਂ ਕਤਨ ਤੁਹਾਨੂੰ ਕਢਾਣੇ ਜਮਾਤ ਚ ਨਾ ਹੀ ਕੋਈ ਤੁਸੀਂ ਗੱਲ ਪੂਰੀ ਆਪ ਹੀ ਕਰ ਦਿੰਦੇ दर्द बहुत ही नहीं ਸੈਨੀ ਸਾਹਿਬ ਜਮਸ਼ੇਦ ਸਾਹਿਬ ਉਤਾਰੋ ਇਹ म्यूट लगाए सैनी साहब इस बंदे को म्यूट लगाएं
सैनी साहब ने उतार दियो, नहीं करना चाहते, वो नहीं गल करना चाहते। वाटर भाई एक अली वाला साहब आए हैं बकौल आमिर नज़ीर अक्ल और हिकमत से आरी मुसलमान। अच्छा, अस्सलाम वालेकुम हुसैनी साहब। जी वालेकुम सलाम। हुसैनी साहब के कोई गुफ्तगू का इख्तिताम हुआ, मैनू एक जरा कॉल आ गई से, मैं जरा उधर चला गया है कि कैसी कोई गलबात हुई। बड़ी सेहतमंद पूछना है यार, पूछो मौलवी साहब जो पूछना है। अच्छा ਉਹ ਜਿਹੜੇ अच्छा, ਗੱਲ ਇਹ ਹੈ ਕਿ अच्छा सैनी साहब, ਜੀ ਜੀ सैनी भाई ਅਸੀਂ ਵੀ ਥੋੜੀ ਦੇਰ ਵਾਸਤੇ ਹੁੰਨੇ ਆ ਤੇ ਅਲੀ ਵਾਲਾ ਸਾਹਿਬ ਤੇ ਤੁਹਾਡੇ ਕੋਲ ਪਤਾ ਹੈ ਰਾਤ ਪੂਰੀ ਬੈਠਣਾ ਹੈ ਤੇ ਅਲੀ ਵਾਲਾ ਸਾਹਿਬ ਨਾਲ ਕਰਿਆ ਜੇ ਅਸਲ ਤੁਸੀਂ ਕਰੋ ਗੱਲ। ਜੀ, ਅਲੀ ਜੀ। ਵਾਲਾ ਸਾਹਿਬ ਆਪਣਾ ਹੈ, ਤੁਹਾਡਾ ਆਪਣਾ ਹੀ ਕਰ ਲਿਆ, ਤੁਸੀਂ ਕਰੋ। ਬਿਲਕੁਲ। ਤੇ ਉਹ ਹੁਸੈਨੀ ਸਾਹਿਬ ਮਨਾਜ਼ਰਾ ਹੋਇਆ ਹੈ, ਮੈਨੂੰ ਸਿਰਫ ਇਤਨਾ ਦੱਸ ਦਿਓ ਮੁਨਾਜ਼ਰੇ ਦਾ ਮੌਜੂ ਕੀ ਸੀ। ਮਨਾਜ਼ਰੇ ਦਾ ਮੌਜੂ ਇਹ ਆ ਕਿ ਜਿਹੜੇ ਨੇ ਨਾ ਸਾਡੇ ਭੱਟ ਸਾਹਿਬ ਜੀ ਜੀ ਉਹ ਇਹ ਸਾਬਤ ਕਰਨਾ ਚਾਹੁੰਦੇ ਕਿ ਅਜਰਾਏ ਨਬੂਵਤ ਹੈ, ਖਤਮ ਨਬੂਵਤ ਨਹੀਂ ਹੈ। ਤੇ ਉਹਨਾਂ ਨਬੂਵਤ ਦੀ ਬਸ ਗੱਲ ਖਤਮ ਹੋ ਗਈ, ਸਮਝ ਆ ਗਈ। ਜਾਂ ਕਿਆ ਉਹਨਾਂ ਅਮਰ ਨਜ਼ੀਰ ਸਾਹਿਬ ਕੋਲੋਂ ਖਤਮੇ ਨਬੂਵਤ ਦੀ ਜਾਂ ਨਬੂਵਤ ਦੀ ਡੈਫੀਨੇਸ਼ਨ ਲਈ ਸੀ? ਕਿਉਂਕਿ ਇੱਕ ਦਫਾ ਦਾ ਜ਼ਿਕਰ ਹੈ ਜੱਜਾ ਸਾਹਿਬ ਤੇ ਅਮਰ ਨਜ਼ੀਰ ਸਾਹਿਬ ਦੇ ਦਰਮਿਆਨ ਇਸੇ ਮੌਜੂ ਤੇ ਮਨਾਜ਼ਰਾ ਹੋਣ ਲੱਗਾ ਸੀ ਅੱਛਾ ਤੇ ਮੈਂ ਕਿਹਾ ਇਸ ਤੋਂ ਪਹਿਲਾਂ ਕਿ ਦੋਨੋਂ ਨਬੂਵਤ ਦੀ ਡੈਫੀਨੇਸ਼ਨ ਕਰ ਦਿਓ। ਜਦੋਂ ਦੋਨਾਂ ਨੇ ਡੈਫੀਨੇਸ਼ਨ ਕੀਤੀ ਸੀ ਨਾ ਤੇ ਫਿਰ ਦੋਵੇਂ ਬਜ਼ੇਸ ਸਨ ਕਿ ਅਸੀਂ ਮਨਾਜ਼ਰਾ ਕਰਨਾ। ਮੈਂ ਕਿਹਾ ਜੀ ਡੈਫੀਨੇਸ਼ਨ ਇੱਕੋ ਜਿਹੀ ਹੈ ਦੋਨਾਂ ਦੀ, ਤੇ ਮਨਾਜ਼ਰਾ ਤੁਸੀਂ ਕਿਸ ਜਗ੍ਹਾ ਕਿਸ ਮੌਜੂ ਤੇ ਕਰਨਾ ਹੈ? ਡੈਫੀਨੇਸ਼ਨ ਵੀ ਜੱਜਾ ਸਾਹਿਬ ਵੀ ਉਹੀ ਗੱਲ ਕੀਤੀ, ਅਮਰ ਨਜ਼ੀਰ ਸਾਹਿਬ ਵੀ ਉਹੀ ਗੱਲ ਕੀਤੀ ਕਿ ਅੱਲਾਹ ਤਾਲਾ ਕਲਾਮ ਕਰ ਸਕਦਾ ਹੈ, ਅੱਲਾਹ ਤਾਲਾ ਜਿਹੜਾ ਵੇ ਉਹ ਜਿਹੜਾ ਬਿਸ਼ਾਰਤਾਂ ਵੀ ਦੇ ਸਕਦਾ ਹੈ, ਅੱਲਾਹ ਤਾਲਾ ਜਿਹੜਾ ਨਾ ਉਹ ਇਲਹਾਮ ਵੀ ਹੋ ਸਕਦੀ ਹੈ। ਤੇ ਜੱਜਾ ਸਾਹਿਬ ਵੀ ਇਹੀ ਜਾਂਦੇ ਸਨ। ਇਸ ਤੋਂ ਅੱਗੇ ਅਗਰ ਹੈ ਵੇ ਕਿਸੇ ਦਾ ਦਾਵਾ ਕਿ ਆਉਣੀ ਹੈ, ਉਹ ਇਕਾਮਾਤ ਵੀ ਆਉਣੇ ਨੇ, ਹੁਕਮ ਵੀ ਆਉਣਾ ਹੈ ਜਾਂ ਰੱਦੋ ਬਦਲ ਹੋਣਾ, ਕੁਰਾਨ ਕਰੀਮ ਮਨਸੂਖ ਹੋ ਗਿਆ, ਤਾਂ ਉਹਦਾ ਸਾਰੇ ਇਨਕਾਰ ਕਰਦੇ ਨੇ। ਜ਼ਰਾ ਜਿਹਾ ਖਲੋ ਜਾਓ। ਇਹ ਨਬੀ ਦੀ ਜਿਹੜੀ ਸੈਣੀ ਸਾਹਿਬ ਮੈਨੂੰ ਪਤਾ ਤੁਹਾਡੀ ਗੱਲ ਦਾ ਫੋਕਸ ਜਿਹੜਾ ਹੁੰਦਾ ਨਾ ਉਹ ਆਪਣੀ ਸੋਚ ਤੇ ਹੁੰਦਾ ਹੈ। ਮੈਨੂੰ ਪਤਾ ਤੁਸੀਂ ਉੱਥੇ ਹੀ ਰੋਕ ਲੈਂਦੇ ਹੋ ਕਿ ਇਸੇ ਗੱਲ ਦੇ ਪਿੱਛੇ ਆਓ ਤਾਂ ਕਿ ਕਨਫਿਊਜ਼ ਕੀਤਾ ਜਾਏ, ਮੈਂ ਸਿਰਫ ਇਹਨੂੰ ਗੱਲ ਨੂੰ ਨਾ ਜਿਹੜੀ ਖੁੱਲਣ ਨਾ ਦਿੱਤੀ ਜਾਏ। ਮੈਂ ਸਿਰਫ ਇੱਕ ਗੱਲ ਤੁਹਾਨੂੰ ਪੁੱਛਣੀ ਹੈ, ਤੁਸੀਂ ਬੜੇ ਅੱਛੀ ਰਹਿਨੁਮਾਈ ਕੀਤੀ ਹੈ ਕਿ ਨਬੀ ਦੀ ਤਾਰੀਫ ਪੁੱਛ ਲਓ, ਇਹ ਤੁਹਾਡੀ ਬਹੁਤ ਤਾਲਾ ਗੱਲ ਹੈ। ਤੇ ਕੁਰਾਨ ਔਰ ਹਦੀਸ ਦੀ ਰੋਸ਼ਨੀ ਨਬੀ ਦੀ ਤਾਰੀਫ ਤੇ ਦੱਸੋ ਜ਼ਰਾ। ਹਾਂ ਇਹ ਦੱਸੋ, ਤੁਸੀਂ ਦੱਸੋ ਕਿਉਂਕਿ ਅਸੀਂ ਤੇ ਮਿਰਜ਼ਾ ਸਾਹਿਬ ਨੇ ਜਿਹੜੀ ਸਾਨੂੰ ਕਰਕੇ ਦੱਸੀ ਹੈ ਉਹ ਹੀ ਹੈ ਨਬੀ ਦੀ ਕੁਰਾਨ ਹਦੀਸ ਨੇ ਜਿਹੜੀ ਮਿਰਜ਼ਾ ਸਾਹਿਬ ਨੇ ਕੀਤੀ ਉਹ ਮੰਨਦੇ ਹੋ? ਉਹ ਤਾਂ ਮਿਰਜ਼ਾ ਸਾਹਿਬ ਨੇ ਕੁਰਾਨ ਕਰੀਮ ਤੋਂ ਕਰਕੇ ਦੱਸੀ ਹੈ, ਉਹਨਾਂ ਆਪਣੇ ਕੋਲ ਦੱਸ ਛੜੀ ਜੇਬ ਚੋਂ ਕੱਢ ਕੇ। ਅਸੀਂ ਉਹਨਾਂ ਨੂੰ ਹਕਮ ਤੇ ਅਦਲ ਕਿਸ ਵਾਸਤੇ ਮੰਨਨੇ ਆ? ਇਹਦਾ ਮਤਲਬ ਅਬੀ ਦੇ ਵਿੱਚ ਤੁਸੀਂ ਜੋ ਮਿਰਜ਼ਾ ਸਾਹਿਬ ਨੇ ਕੀਤਾ ਸਭ ਕੁਰਾਨ ਚੋਂ ਕੀਤਾ, ਇਹ ਵੀ ਠੀਕ ਹੈ ਗੱਲ। ਅੱਛਾ ਹੁਸੈਨੀ ਸਾਹਿਬ ਦੱਸੋ ਦਜਾਲ ਜਾਂ ਕਾਜ਼ਬ ਦੀ ਕੀ ਤਰਜਮਾ ਉਰਦੂ ਦੇ ਵਿੱਚ? ਕਾਜ਼ਬ ਦੀ ਕਰ ਲਾਂਗੇ, ਮੇਰਾ ਮਕਸਦ ਹੈ ਇਹਨੂੰ ਉਹਦੇ ਨਾਲ ਜੋੜ ਲੈਂਦੇ ਆ ਨਾ, ਤੁਸੀਂ ਇਹਦਾ ਤਰਜਮਾ ਦੱਸ ਦਿਓ ਉਰਦੂ ਦਾ। ਮੈਂ ਤੁਹਾਡੀ ਗੱਲ ਨਾਲ ਰਾਜ਼ੀ ਹਾਂ, ਤੁਸੀਂ ਤਰੇ ਗੱਲਾਂ ਠੀਕ ਕੀਤੀਆਂ ਨੇ ਬੜੀਆਂ। ਹੁਸੈਨੀ ਸਾਹਿਬ ਮੈਂ ਉਧਰ ਹੀ ਲੈ ਜਾਂਦਾ, ਮੈਨੂੰ ਪਹਿਲਾਂ ਇਹਦਾ ਤਰਜਮਾ ਕਰ ਦਿਓ। ਮੈਂ ਕਰ ਲੈਂਦੇ ਹਾਂ, ਤਰਜਮਾ ਵੀ ਕਰ ਲੈਂਦੇ ਹਾਂ। ਕਾਜ਼ਬ ਦਾ ਕੀ ਤਰਜਮਾ ਹੈ ਦਾਦਾ ਜੀ? ਕਜ਼ਾਬ ਦਾ ਕਜ਼ਾਬ ਬਹੁਤ ਝੂਠ ਬੋਲਣ ਵਾਲਾ। ਹਾਂ ਤੇ ਅਗਰ ਅਸੀਂ ਆਖੀਏ ਝੂਠ ਬੋਲਣੇ ਵਾਲਾ ਨਹੀਂ ਬੋਲਣਾ, ਅਸੀਂ ਕਜ਼ਾਬ ਬੋਲਣਾ ਹੈ, ਤੇ ਫਿਰ ਆਣੇ ਸ਼ਰੀਅਤ ਵਿੱਚ ਦੱਸੋ ਜੀ ਕਜ਼ਾਬ ਦੀ ਡੈਫੀਨੇਸ਼ਨ ਕੁਰਾਨ ਵਿੱਚ ਚੋਂ ਕੱਢ ਕੇ ਲਿਆਓ। ਅਗਰ ਅਜੀਬੋ ਗਰੀਬ ਅਗਰ ਕੁਰਾਨ ਸ਼ਰੀਫ ਤੋਂ ਕਹੇ ਤਾਂ ਫਿਰ ਕੁਰਾਨ ਸ਼ਰੀਫ ਤੋਂ ਹੀ ਦੇਣੀ ਪੈਗੀ ਨਾ, ਉਹ ਤੋਂ ਦੇਣੀ ਦਿਓ ਨਾ ਫਿਰ ਤੁਸੀਂ ਦੇ ਦੇਣੇ, ਕੋਈ ਅੱਛੀ ਗੱਲ ਨਹੀਂ, ਦੇ ਦੇ। ਮੈਂ ਇਹ ਪਿਆ ਕਰਨਾ, ਤੁਸੀਂ ਦੋ ਤਿੰਨ ਗੱਲਾਂ ਬੜੀਆਂ ਅੱਛੀਆਂ ਦੱਸੀਆਂ ਨੇ। ਇੱਕ ਤੇ ਤੁਸੀਂ ਕਿਹਾ ਕਿ ਨਬੀ ਦੀ ਜਦੋਂ ਇਹਦੇ ਤੇ ਗੱਲ ਕਰ ਰਹੇ ਹੋ ਤੇ ਨਬੀ ਦੀ ਤਾਰੀਫ ਕਰ ਲੈਣੀ ਚਾਹੀਦੀ ਹੈ, ਇਹ ਠੀਕ ਹੈ ਤੁਹਾਡੀ ਗੱਲ, ਵਾਕਈ ਕਰ ਲੈਣੀ ਚਾਹੀਦੀ ਜੀ। ਤੇ ਕਿਹੜੀ ਨਬੂਵਤ ਜਾਰੀ ਹੈ ਤੇ ਕਿਹੜੀ ਬੰਦ ਹੈ? ਉਹ ਨਬੀ ਦੀ ਤਾਰੀਫ ਕਰ ਰਹੇ ਆ, ਕਿਹੜੀ ਨਬੂਵਤ ਦੀ ਨਹੀਂ, ਨਬੀ ਦੀ ਤਾਰੀਫ ਕਰ। ਨਬੀ ਕਿਹਨੂੰ ਕਰ? ਹੁਸੈਨੀ ਸਾਹਿਬ ਉਹਦੇ ਵਿੱਚ ਫਿਰ ਨਬੀ ਵੀ ਆ ਜਾਣਾ ਹੈ, ਪਹਿਲਾਂ ਨਬੂਵਤ ਦਾ ਜ਼ਿਕਰ ਇਹੋ ਜਿਹੀ ਗੱਲ ਮੈਂ ਕਹਿ ਰਿਹਾ, ਤੁਸੀਂ ਮੈਨੂੰ ਮਨਾ ਕੀਤਾ ਕਿ ਇਹ ਨਹੀਂ, ਤੁਸੀਂ ਨਬੀ ਦੀ ਤਾਰੀਫ ਕਰੋ ਪਹਿਲਾਂ। ਹੁਣ ਵੇਖੋ ਨਾ ਮੇਰੀ ਗੱਲ ਨੂੰ ਟੋਟਲ ਤੁਸੀਂ ਕਨਫਿਊਜ਼ ਕਰਕੇ ਰੱਖ ਦਿੱਤਾ। ਅੱਛਾ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਦੱਸੋ ਤੁਹਾਡੇ ਨਜ਼ਦੀਕ ਨਬੂਵਤ ਜਾਰੀ ਹੈ ਕਿ ਨਹੀਂ ਜਾਰੀ? ਨਬੂਵਤ ਨੂੰ ਡਿਫਾਈਨ ਕਰਕੇ ਦੱਸ ਦਿਓ ਪਹਿਲਾਂ ਤੁਸੀਂ, ਬਾਕੀ ਹੁਣ ਮੇਰੀ ਗੱਲ ਛੱਡੋ। ਤੁਸੀਂ ਜਿਹੜੀ ਗੱਲ ਸਮਝਾਈ ਹੈ ਮੈਨੂੰ ਬੜੀ ਅੱਛੀ ਹੈ। ਹੁਸੈਨੀ ਸਾਹਿਬ ਤੁਸੀਂ ਵੀ ਜਵਾਬ ਦੇ ਦਿਓ, ਅੱਲਾ ਦਿਓ ਬੰਦਿਓ, ਤੁਸੀਂ ਵੀ ਕਦੀ ਆਪਣੇ ਆਪ ਨੂੰ ਖੋਲ ਕੇ ਦੱਸ ਛੜਿਆ ਕਰੋ ਕਿ ਤੁਹਾਡੇ ਨਜ਼ਦੀਕ ਨਬੂਵਤ ਦੀ ਡੈਫੀਨੇਸ਼ਨ ਕੀ ਹੈ। ਇਹੋ ਹੀ ਤਾਂ ਮੈਂ ਕਹਿ ਰਿਹਾ,
ਇਹ ਹੀ ਗੱਲ ਕੀ ਕਹਿ ਰਹੇ ਹੋ? ਹੁਣੇ ਤੁਸੀਂ ਕੀ ਕਹਿ ਜੀ? ਇਹ ਨਬੂਵਤ ਦੀ ਤਾਰੀਫ ਕੀ ਹੈ? ਇਹ ਕੁਰਾਨ ਦੱਸੋ ਨਾ। ਹੈ ਜਾਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਤੋਂ ਕਿੱਥੋਂ ਲੈਣੀ ਹੈ? ਤੁਸੀਂ ਦੱਸਣੀ ਹੈ ਮੈਨੂੰ, ਜਿਹੜੀ ਵੀ ਤੁਸੀਂ ਦੱਸੀ ਨਾ ਮੈਨੂੰ ਉਹ ਕਬੂਲ ਹੈ, ਮੈਨੂੰ ਪਤਾ ਤੁਸੀਂ ਕੁਰਾਨ ਕਰੀਮ ਤੋਂ ਹੀ ਕੀਤੀ ਹੋਣੀ ਹੈ। ਦੱਸੋ ਤੁਸੀਂ ਨਬੂਵਤ ਦੀ ਕੀ ਡੈਫੀਨੇਸ਼ਨ ਹੈ? ਨਬੂਵਤ ਦੀ ਡੈਫੀਨੇਸ਼ਨ ਹੈ ਕਿ ਜਿਹਨੂੰ ਅੱਲਾਹ ਤਾਲਾ ਨਬੀ ਕਹੇ ਉਹ ਨਬੀ ਹੁੰਦਾ ਹੈ, ਤੇ ਜਿਹਨੂੰ ਹੁੰਦਾ ਹੈ, ਤੇ ਜਿਹਨੂੰ ਨਬੀ ਨਾ ਮੈਂ ਕਹੇ ਨਬੀ ਦੀ ਤੇ ਕੀ ਕਰ ਰਿਹਾ? ਮੈਂ ਨਬੀ ਦੀ ਵੀ ਤੇ ਨਬੂਵਤ ਦੀ ਦੋਵਾਂ ਦੀ ਗੱਲ ਕਰ ਰਿਹਾ। ਜਿਹਨੂੰ ਅੱਲਾਹ ਤਾਲਾ, ਜਿਸ ਬੰਦੇ ਨੂੰ ਅੱਲਾਹ ਤਾਲਾ ਵਹੀ ਇਨਾਮ ਕਰਕੇ ਫਰਮਾਏ ਲਾ ਅੱਲਾਹ ਤਾਲਾ ਕਿਸੇ ਨਾਲ ਰਾਬਤਾ ਕਰਦਾ ਤੇ ਵਹੀ ਇਨਾਮ ਨਾਲ ਕਰਦਾ। ਅੱਲਾਹ ਤਾਲਾ ਜਿਹਨੂੰ ਸੈਣੀ ਸਾਹਿਬ ਗੱਲ ਸੁਣ ਲਓ ਮੇਰੀ, ਪਹਿਲਾਂ ਤੇ ਡੈਫੀਨੇਸ਼ਨ ਕਰਨੀ ਜੇ ਨਬੂਵਤ ਦੀ, ਉਸ ਤੋਂ ਬਾਅਦ ਅਗਲਾ ਅਹੁਦੇਦਾਰ ਦੀ ਵੀ ਕਰਦੇ ਆ ਜੇ ਬਾਅਦ ਵਿੱਚ। ਪਹਿਲਾਂ ਮੈਨੂੰ ਦੱਸੋ ਕਿ ਨਬੂਵਤ ਦੀ ਡੈਫੀਨੇਸ਼ਨ ਕੀ ਹੈ? ਮੈਂ ਅਰਜ਼ ਕਰ ਰਿਹਾ ਕਿ ਨਬੂਵਤ ਜਿਹਨੂੰ ਅੱਲਾਹ ਤਾਲਾ ਨਬੀ ਬਣਾਏ ਉਹਦੇ ਕੋਲ ਨਬੂਵਤ ਹੁੰਦੀ ਹੈ। ਮੈਂ ਅੱਲਾਹ ਤਾਲਾ ਕਿਵੇਂ ਨਬੀ ਬਣਾਉਂਦਾ ਹੈ? ਅੱਲਾਹ ਤਾਲਾ ਜਿਹਨੂੰ ਕਹਿੰਦਾ ਤੂੰ ਨਬੀ ਹੋ, ਨਬੀ ਹੋ ਜਾਣਾ। ਗੈਬ ਦੀ ਖਬਰ ਦੇਣ ਤੋਂ ਪਹਿਲਾਂ ਹੀ ਸਭ ਤੋਂ ਪਹਿਲਾ ਕੰਮ ਅੱਲਾਹ ਤਾਲਾ ਨੂੰ ਦੱਸਦਾ ਮੈਂ ਤੈਨੂੰ ਨਬੀ ਬਣਾਇਆ ਵੇ, ਤੇ ਫਿਰ ਉਹਨੂੰ ਉਹਦੇ ਨਾਲ ਕਲਾਮ ਕਰਨਾ ਸ਼ੁਰੂ ਕਰਦਾ ਤੁਹਾਡੇ ਨਜ਼ਦੀਕ। ਮੈਂ ਅਰਜ਼ ਕਰ ਰਿਹਾ ਕਿ ਅੱਲਾਹ ਤਾਲਾ ਖੁਦ ਗਾਇਬ ਵਿੱਚ ਹੈ ਨਾ, ਉਹਦਾ ਕਲਾਮ ਹੁੰਦਾ ਹੀ ਗਾਇਬ ਵਿੱਚ। ਜੀ 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 ਜੀ। ਤੇ ਹੁਸੈਨੀ ਸਾਹਿਬ ਫਿਰ ਅੱਲਾਹ ਤਾਲਾ ਪਹਿਲਾਂ ਆਂਦਾ ਹੈ ਕਿ ਮੈਂ ਤੈਨੂੰ ਨਬੀ ਬਣਾ ਰਿਹਾ, ਤੈਨੂੰ ਨਬੀ ਬਣਾ ਰਿਹਾ, ਤੈਨੂੰ ਨਬੀ ਬਣਾ ਰਿਹਾ। ਤੁਸੀਂ ਕੋਈ ਚੇਂਜ ਕਰਨਾ ਚਾਹੁੰਦੇ ਹੋ? ਨਹੀਂ ਕਿਹਾ ਨਹੀਂ, ਮੈਂ ਤੁਹਾਡੇ ਕੋਲ ਡੈਫੀਨੇਸ਼ਨ ਪੁੱਛ ਰਿਹਾ। ਦੂਜਿਆਂ ਦੇ ਤੁਸੀਂ ਸਾਰੀਆਂ ਦਿਨ ਪੁੱਛਦੇ ਰਹਿੰਦੇ ਹੋ, ਅੱਜ ਆਪਣੀ ਵੀ ਦੱਸੋ ਨਾ, ਤਾਂ ਕਿ ਅਸੀਂ ਫਿਊਚਰ ਵਿੱਚ ਅਸੀਂ ਤੁਹਾਡੀ ਡੈਫੀਨੇਸ਼ਨ ਵੀ ਨਾਲ ਤੀਸਰੀ ਜਗ੍ਹਾ ਤੇ ਲਿਖ ਕੇ ਰੱਖੀਏ। ਅੱਲਾਹ ਤਾਲਾ ਜਿਹਨੂੰ ਨਬੀ ਕਵੇ ਉਹ ਨਬੀ ਹੋ ਜਾਂਦਾ, ਤੇ ਜਿਹਨੂੰ ਨਬੀ ਨਾ ਕਵੇ ਉਹ ਨਬੀ ਨਹੀਂ ਹੁੰਦਾ। ਉਹ ਮੈਂ ਬਾਰ-ਬਾਰ ਪੁੱਛ ਰਿਹਾ ਹੁਸੈਨੀ ਸਾਹਿਬ ਕਿ ਅੱਲਾਹ ਤਾਲਾ ਕਿ ਅੱਲਾਹ ਤਾਲਾ ਕਿ ਅੱਲਾਹ ਤਾਲਾ ਕਿਉਂ ਹੁਸੈਨੀ ਸਾਹਿਬ ਕਿਉਂ ਹੁਸੈਨੀ ਸਾਹਿਬ ਮਾਂ ਕਿ ਤੁਸੀਂ ਆਖਿਆ ਹੈ ਕਿ ਅੱਲਾਹ ਤਾਲਾ ਜਿਹਨੂੰ ਆਂਦਾ ਹੈ ਕਿ ਤੂੰ ਨਬੀ ਹੈ ਔਰ ਮੈਂ ਤੈਨੂੰ ਗੈਬ ਦੀ ਖਬਰ ਦੇਣ ਲਗਾ ਵਾਂ, ਤੇਰੇ ਤੇ ਨਬੂਵਤ ਨਾਜ਼ਲ ਕਰਨ ਲਗਾ, ਕਿਆ ਇਹ ਦਰੁਸਤ ਹੈ? ਸੈਣੀ ਸਾਹਿਬ ਤੁਹਾਡੀ ਪਿੱਛੇ ਚਲੀ ਗਈ ਹੋ ਜਾਂਦਾ ਹੈ, ਜਿਹਨੂੰ ਨਾ ਕਵੇ ਉਹ ਨਹੀਂ ਹੁੰਦਾ। ਆ ਰਹੀ ਆਵਾਜ਼ ਕਿ ਨਹੀਂ? ਸੈਣੀ ਸਾਹਿਬ ਮੈਂ ਫਿਰ ਤੀਸਰੀ ਦਫਾ ਦੁਹਰਾਨਾ ਪਿਆ ਵਾਂ ਕਿ ਅੱਲਾਹ ਤੁਹਾਡੇ ਨਜ਼ਦੀਕ ਇਹ ਵੇ ਕਿ ਅੱਲਾਹ ਤਾਲਾ ਇੱਕ ਸ਼ਖਸ ਨੂੰ ਆਂਦਾ ਹੈ ਕਿ ਤੂੰ ਨਬੀ ਹੈ, ਮੈਂ ਤੇਰੇ ਉੱਤੇ ਨਬੂਵਤ ਨਾਜ਼ਲ ਕਰਨ ਲਗਾ, ਤੈਨੂੰ ਗੈਬ ਦੀ ਖਬਰ ਦੇਣ ਲਗਾ, ਕਿਆ ਇਹ ਦਰੁਸਤ ਹੈ? ਕਿਆ ਇਹ ਦਰੁਸਤ ਹੈ? ਨਹੀਂ ਇਹ ਦਰੁਸਤ। ਜਾਂ ਅੱਲਾਹ ਤਾਲਾ ਗੈਬ ਦੀ ਖਬਰ ਦਿੰਦਾ ਹੈ ਔਰ ਉਹਨੂੰ ਇਹ ਨਹੀਂ ਦੱਸਦਾ ਕਿ ਤੂੰ ਨਬੀ ਹੈ, ਉਹਨੂੰ ਗੈਬ ਦੀ ਖਬਰ ਦਿੰਦਾ ਰਹਿੰਦਾ ਹੈ। ਅੱਲਾਹ ਤਾਲਾ, ਮੈਂ ਅਰਜ਼ ਕਰਨਾ, ਅੱਲਾਹ ਤਾਲਾ ਦੀ ਹਰ ਖਬਰ ਹੁੰਦੀ ਗਾਇਬ ਹੈ। ਇਹਦਾ ਮਤਲਬ ਹੈ ਉਹਨੂੰ ਫਿਰ ਅੱਲਾਹ ਤਾਲਾ ਜਦੋਂ ਗੈਬ ਦੀ ਖਬਰ ਦਿੰਦਾ ਵੇ ਤਾਂ ਉਹਨੂੰ ਇਹ ਦੱਸਣ ਦੀ ਜ਼ਰੂਰਤ ਕੋਈ ਨਹੀਂ ਕਿ ਮੈਂ ਤੈਨੂੰ ਨਬੀ ਬਣਾਇਆ ਹੈ, ਬਲਕਿ ਸਿਰਫ ਉਹਦੇ ਨਾਲ ਕਲਾਮ ਕਰਦਾ ਹੈ, ਗੈਬ ਦੀ ਖਬਰ ਦਿੰਦਾ ਹੈ। ਫਿਰ ਇੱਥੇ ਰੁਕ ਜਾਓ। ਅੱਲਾਹ ਤਾਲਾ ਜਦੋਂ ਵੀ ਕਿਸੇ ਨੂੰ ਖਬਰ ਦਿੰਦਾ ਹੈ ਨਾ, ਉਹ ਦਿੰਦਾ ਹੀ ਗਾਇਬ ਤੋਂ ਹੈ। ਜੀ ਜੀ। ਕਿਉਂਕਿ ਉਹ ਖੁਦ ਹੈ ਜੀ ਗਾਇਬ ਵਿੱਚ, ਪਰਦਾ ਗਾਇਬ ਵਿੱਚ, ਉਹਦੀ ਜਿਹੜੀ ਖਬਰ ਆਉਂਦੀ ਹੁੰਦੀ ਗਾਇਬ ਦੀ ਖਬਰ। ਇਹਦੇ ਵਿੱਚ ਤਾਂ ਬਹਿਸ ਹੀ ਕੋਈ ਨਾ ਸੈਣੀ ਸਾਹਿਬ। ਠੀਕ ਹੋ ਗਈ ਨਾ ਗੱਲ? ਤੇ ਅੱਲਾਹ ਤਾਲਾ ਜਦੋਂ ਕਿਸੇ ਨੂੰ ਕਹਿ ਦੇ ਮੈਂ ਤੈਨੂੰ ਨਬੀ ਬਣਾਤਾ ਤਾਂ ਨਬੀ ਹੋ ਜਾਂਦਾ, ਤੇ ਜੇ ਨਾ ਕਵੇ ਤਾਂ ਨਹੀਂ ਹੁੰਦਾ। ਨਹੀਂ ਨਹੀਂ, ਨਬੀ ਬਣਾ ਦਿੱਤਾ ਪਹਿਲਾਂ, ਤੁਸੀਂ ਦੱਸੋ ਮੈਨੂੰ, ਪਹਿਲਾਂ ਗੈਬ ਦੀ ਖਬਰ ਦਿੰਦਾ ਜਾਂ ਪਹਿਲਾਂ ਦਾ ਮੈਂ ਤੈਨੂੰ ਨਬੀ ਬਣਾ ਦਿੱਤਾ ਹੈ? ਇਹੋ ਗੱਲ ਮੈਂ ਇਹੋ ਹੀ ਤਰਜ ਕੀਤੀ ਹੈ ਕਿ ਜਿੱਥੇ ਤੱਕ ਗੈਬ ਦਾ ਤਲਕ ਹੈ, ਅੱਲਾਹ ਤਾਲਾ ਗੈਬ ਵਿੱਚ ਹੈ, ਜਦੋਂ ਉਹ ਕਲਾਮ ਕਰਦਾ ਤਾਂ ਉਹਦਾ ਕਲਾਮ ਗੈਬ ਵਿੱਚੋਂ ਆਉਂਦਾ। ਹਾਂ ਜੀ, ਬਸ ਫਿਰ ਜਦੋਂ ਗੈਬ ਚੋਂ ਕਲਾਮ ਕਰਦਾ ਇਹਦਾ ਮਤਲਬ ਉਹਨੂੰ ਇਹ ਗੱਲ ਆਖਣ ਦੀ ਜ਼ਰੂਰਤ ਨਹੀਂ ਕਿ ਤੂੰ ਨਬੀ ਹੈ, ਬਲਕਿ ਉਹਦੇ ਨਾਲ ਗੈਬ ਦੀ ਖਬਰ ਦੇਣਾ ਸ਼ੁਰੂ ਕਰ ਦਿੰਦਾ। ਅੱਲਾਹ ਤਾਲਾ ਉਹਦੇ ਨਾਲ ਕਲਾਮ ਕਰਨਾ ਸ਼ੁਰੂ ਕਰ ਦਿੰਦਾ। ਗੈਬ ਤੋਂ ਇਹ ਗੱਲ ਨਾ ਕਵੇ ਵੀ ਤੂੰ ਨਬੀ ਹੈ, ਤੇ ਬੰਦਾ ਖੁਦ ਹੀ ਆਪਣੇ ਆਪ ਨੂੰ ਨਬੀ ਸਮਝ ਲੈ ਤੇ ਨਬੀ ਹੋ ਜਾਂਦਾ। ਆਪੇ ਆਉਂਦੇ ਹੋ ਪਏ ਕਿ ਨਹੀਂ, ਖਬਰ ਹੀ ਸਿਰਫ ਦੇ। ਹੁਸੈਨੀ ਸਾਹਿਬ ਕਿਉਂ ਤੁਸੀਂ ਦੋ ਟੋ ਗੱਲ ਨਹੀਂ ਕਰਦੇ? ਯਾਦ ਆਖੋ ਕਿ ਅੱਲਾਹ ਤਾਲਾ ਪਹਿਲਾਂ ਆਂਦਾ ਕਿ ਤੂੰ ਨਬੀ ਹੈ, ਫਿਰ ਉਹਦੇ ਨਾਲ ਕਲਾਮ ਕਰਦਾ ਹੈ, ਜਾਂ ਉਹਨੂੰ ਆਂਦਾ ਹੈ ਕਿ ਮੈਂ ਤੇਰੇ ਨਾਲ ਕਲਾਮ ਕਰਨਾ ਪਿਆ, ਬਾਅਦ ਚ ਦੱਸਦਾ ਮੈਂ ਤੈਨੂੰ ਨਬੀ ਬਣਾਇਆ ਵੇ। ਅੱਲਾਹ ਤਾਲਾ ਦਰਮਿਆਨ ਚ ਆਖੇ ਜਾਂ ਅਖੀਰ ਤੇ ਆਖੇ,
یا بار بار آ کے یا تھوڑی دیر بعد آ کے. یہ اصل بات دیکھیں میری بات سنیں مولوی جی گل سنو. مرزا صاحب نے تو صاف لکھا ہوا ہے حقیقت الوحی میں کہ ذلی نبوت کا سلسلہ قیامت تک جاری ہے. چوہان بھائی میں سب یقین کرنا تہاڈی تسی جو بھی ڈیفائن کرتے ہو نا مینوں 100% تہاڈے نال اتفاق ہے. حسینی صاحب دی گل جڑی ہے نا انہاں دا نظریہ بھی سیکھنا ہے نا. انہاں مینوں روکیا کہ مینوں تسی دسو کہ جڑے نقطے بیان کیتے نے میں وہ الٹا حسینی صاحب کو پوچھ رہا ہاں کہ حسینی صاحب وہ نقطے دسن. حسینی صاحب کدوں کہندے ہیں کہ وہ مرزا صاحب دے پیروکار نے؟ وہ یار اپنی تے ڈیفینیشن دس سکتے ہیں نا نبوت دے بارے کہ نبوت جاری ہے کہ نہیں, اللہ تعالیٰ کلام کردا ہے کہ نہیں کردا. ہن بات بھی سن لیں اور مولوی صاحب چوہان صاحب کی بات بھی سن لو. چوہان صاحب دی گل تے پورا یقین ہے. آپ ڈنڈا لے کر نا نبوت منوائیں, ایسے نہیں ہوتا, ذرا مطلب ہی چلے گا. او میرے بھائی ڈنڈا لے کے میں نہیں منواندہ, انکار تے کرن نا. میں کدوں پیا نہ منوانا پیا. حسینی صاحب کہہ دین کہ نہیں ہن کلام بند ہے, اللہ تعالیٰ کلام ہن نہیں کردا. واٹر بھائی سر صرف کلام ہونے سے نبی نہیں ہو جاتا, کلام آپ سے اللہ تعالیٰ کریں آپ نبی بن جائیں گے. واٹر بھائی جڑی ٹیکنیک حسینی صاحب استعمال کرتے ہیں میں وہی ٹیکنیک انہاں تے پوچھن لگا کہ وہ اپنی کم سے کم کھول کے دس دیں. اور یار انہوں نے نہیں بتانا یار, آپ ٹیکنیک لگا کے خام خواہ لڑتے رہیں گے. دیکھیں نا کلام سے صرف نہیں ہوتا بلکہ وہی سے معمور ہونا وہ ہے. جو معمور ہوتا ہے نا وہ میں چوہان صاحب تہاڈی گل 100% متفق ہاں. جڑی تسی گل کردے ہو پہ میں انج ہی سمجھی ہے, بالکل تہاڈی گل درست ہے. لیکن حسینی صاحب گل خراب کر دیں نا, کم سے کم اپنا نظریہ بیان کریں. سیفی کی لگی ہوئی ہے, یہ دوسری براڈر میر سلیم کی لگی ہوئی ہے, نبوت کا سلسلہ جاری ہے. یہ بتائیں کون سی نبوت؟ واٹر بھائی میں انہاں نال گل کیتی ہے, میں انہاں نال گل اگے سوال جواب کیتا ہے, انہاں پوری وضاحت کیتی ہے. وہ بالکل باہر نہیں جاندے, وہ آندے نے صرف اسی دکان کھولی ہے لوکاں نوں متوجہ کرنے واسطے. پھر بعد جدوں گفتگو ہوندی ہے بحث ہوندی ہے تو متوجہ کیا کرو نا, جھوٹ بول کے متوجہ. چلو انہاں نوں منع کر دیو, انہوں نے منع کر دیو نا یار, انہوں جا کے منع کرو. میں تو ذمہ دار نہیں نا نبوت کا سلسلہ قیامت تک وہ درست بات ہے. یار میں تو انہوں دا ذمہ دار نہیں, لیکن نبوت جاری ہے نا, نبوت وچ کوئی شک نہیں. ذلی ہوے بروزی ہوے جڑی نبوت جاری ہے. نہیں نبوت جاری کدھر سے نبوت جاری آئے گا تو اس کا مطلب ہے پچھلی باتوں کو کینسل کرے گا. قرآن بھائی نبوت جاری ہے تو نبوت کو ڈیفائن کرو. کینسل کرے گا, وہ والا نبی نہیں آ سکتا. گالی نہیں کر رہے, اسی سمپل کر رہے ہیں نبوت جاری ہے. ذلی نبی کی تعریف کوئی نبوت جاری نہیں ہے. وہی یار نبی کوئی نبوت نہیں جاری, صرف وہ والی نبوت ذلی نبوت قیامت تک جاری. واٹر بھائی صاحب دی تحریر پڑھو, نبوت دی جو ڈیفینیشن کیتی ہے وہ جاری ہے اور قیامت تک جاری ہے. جی جی انہوں نے حسینی صاحب چیز کو بتائی ہے, وہ انہیں بتا دیں. انہوں نے کہا ہے یہ بھی سوچیں آپ کے خلیفے کیا کہہ رہے ہیں, کوئی پیش گوئی نہیں ہے, ایک ہی نے آنا تھا بس. حسینی صاحب نے بھی ڈیفینیشن بتائی ہے. خلیفہ کا مسئلہ ہے, خلفاء اس طرح کی گل نہیں کرتے. چوہان صاحب تو واٹر بھائی نے بتائیں کہ وہ 2-3 دفعہ بتا چکے ہیں حسینی صاحب ڈیفینیشن. مرزا طاہر صاحب بھی یہی بات کہہ رہے ہیں, مرزا مسعود صاحب بھی یہی بات اللہ تعالیٰ نبی کہے گا, کہاں لکھا ہے وہ مرزا مسعود صاحب کہہ رہے ہیں کہاں لکھا ہے نبی آ نہیں سکتے کرے گا. مرزا مسرور صاحب کہہ رہے ہیں کہاں لکھا ہے نبی آ سکتے ہیں. پیڑاں دوسریاں نے اے علی احمد صاحب کو تو پتہ چل گیا, منوں تے نہیں سمجھ آئی. اے علی احمد صاحب کو تو ڈیفائن لب گیا. مولوی صاحب کو گل کرن دیو, انہوں نے یہی بتائی ہے, میں نے یہی سنی ہے. ٹھیک کہہ رہے ہیں یہ کہا ہے کہ جس کو اللہ تعالیٰ نبی کہے اور وہ نبی کا انکار نہ کرے. ہاں تو بالکل ٹھیک ہے, ہاں تو ٹھیک ہے نا, لیکن اللہ تعالیٰ جو نبی نہ آکھے, نبی نہ آکھے اللہ تعالیٰ کسی نو, اور وہ اپنی وحی اور اپنے احکامات جا کے دسے اور لوگ اور تے ایمان لے آن, وہ پھر کدے تے ایمان لے آ رہے نے؟ وہ کیا نبوت لے آ رہے نے یا نبی تے لے آ رہے نے؟ اور مولوی صاحب دیکھیں سوال میرا بڑا اور یار چوہان صاحب 10 بندے نال گل کرنی ہے تو نبی ہوئے گا. اگر وہ اپنے آپ نبی آبادی اگر وہ اپنے آپ کو نبی نہیں کہہ رہا تو نبی نہیں ہوئے اور گا. لوگ یار نبی نہیں آ سکتا. چوہان صاحب 10 بندے ہیں بس یار تسی پھر درمیان اگر بولنے تے ٹھیک ہے. واٹر بھائی نے سمجھایا یہ بات, اگر کوئی بندہ نبی نہیں کہے اسے ہم نبی یہ سلسلہ قیامت تک جاری ہے, دائمی روحانی. یار اس بندے نال منوں گل کردا کہ بندے کو جواب لے دیو کہ جیڑا بندہ آکھے کہ میرے تے ایمان لے آؤ, وہ جا کے احکامات بھی دے اور انہوں اللہ تعالیٰ نبی نہ آکھے تے پھر اودے بارے کی آکھو گے؟ میں بتاتا ہوں حسینی صاحب جو ہے نا وہ صحابہ کے رنگ میں نبی کہہ سکتے ہیں کہ وہ عقل اور ہم نبی کہہ سکتے ہیں. اگر وہ ہمیں کہے کہ میں نبی, وہ اپنے آپ کو نبی نہ کہے. واٹر بھائی قرآن مجید کی آیات پہ عقل اور حکمت استعمال نہیں کرتے. سر بات عربی لینگویج نو اینا کما کے رکھ دیتا ہے. یہ آندے نے پیغمبر آکھ لو,
ਨਬੀ ਜਿਹੜਾ ਲਫ਼ਜ਼ ਹੈ ਨਾ ਉਹ ਨਹੀਂ ਤੁਸੀਂ ਆਣਾ, ਰਸੂਲ ਖੁਦਾ ਤਾਲਾ ਦਾ ਕਹਿ ਦਿਓ, ਅੱਲਾਹ ਤਾਲਾ ਦੀ ਤਰਫੋਂ ਕੋਈ ਪੈਗਾਮ ਆਵੇ ਵਹੀ ਆਵੇ ਉਹ ਜਾ ਕੇ ਪੇਸ਼ साहब ने खुद को रसूल और नबी कहा है, लेकिन नबी नहीं आना। ਜਿਤਨੀ ਗੁਫ਼ਤਗੂ ਉਹ ਯਾਰ दीन का सिलसिला क़यामत तक ਮੈਂ जारी ਅੱਗੋਂ है। ਅਗਲੇ ये ਸਟੈਪ दिली ਨਹੀਂ ਜਾਂਦਾ नबूवत ਪਿਆ। ਚੌਹਾਨ ਸਾਹਿਬ ਤੁਹਾਡਾ ਆਪਣਾ ਮਸਲਾ ਹੈ। और ਤੁਹਾਡਾ ਵੀ ਉਹੀ ਮਸਲਾ ਹੈ, ਤੁਸੀਂ ਨਹੀਂ ਮਿਰਜ਼ਾ ਸਾਹਿਬ ਨੂੰ ਮੰਨਦੇ। हाँ तो मुजद्दिद ਤੁਹਾਡਾ ਮਸਲਾ ਇੱਕ ਨਹੀਂ ਹੈਗਾ, ਵੱਖਰਾ ਕਿਵੇਂ? ਬਾਈ ਤੁਸੀਂ ਖੁਲਫਾ ਦੀ ਤਰਫ ਜਾਂਦੇ ਹੋ, ਅਸੀਂ अच्छा ये बहरहाल सुन लें, ये वीडियो सुन लें। बार बार कहा जा रहा है कि वो हमारे खुलफा कहते हैं कि अब कोई नबी नहीं आ सकता, यानी हजरत नहीं आते खुलफा इस तरह। और यार हमारे खुलफा ये भी कहते हैं कि नबी आ सुन ले, सकते सुन ले। हैं। दोनों तरह की मिर्जा ताहिर भी स्टेटमेंट भरी कह पड़ी रहे है हैं, यार, मिर्जा दोनों तरह की मसरूर साहब स्टेटमेंट कह रहे हैं, आप सुन कहते लेना। नहीं कहते। वालेकुम, मैं यहाँ तालीम हासिल करने आया, तो सवाल मेरा मकसद नहीं था, लेकिन आपने जो नौजवान ने सवाल किया था अहमदिया फ़र्क का, और आपने फरमाया बड़े मुतल्लिल अंदाज में कि बाकी मौलवी कहते हैं कि नबी तो नहीं आएगा, पुराना नबी आ सकता है बैक डोर से, आप कहते हैं फ्रंट डोर से भी आ सकता है। तो हालात तो बड़ी तेज़ी से दुनिया में तब्दील हो रहे हैं, अब टेक्नोलॉजी तब्दील हो रही है, नए हो सकता है नई लाइफ भी मिल जाए कई बार, तो आपके ख्याल में एक और नबी भी आ सकता है? ज़रूरत है उसकी भी आने? मेरे ख्याल में इंसानी ख्याल को नबी के आने या ना आने में कोई भी दखल नहीं, उसकी कोई हैसियत ही नहीं। सवाल ये होना चाहिए कि क्या अगर मिर्ज़ा साहब उम्मती नबी हैं जैसा कि आप कहते हैं, तो इनके मुतल्लिक कोई कुरान और हदीस में इशारा मौजूद है, और अगर है तो क्या किसी और नबी का आने का इम्कान भी खुला है? ये सवाल दुरुस्त है। कुरान और हदीस के हवालों से तो हम बात करते हैं हमेशा। कुरान करीम ने उम्मती नबूवत के दरवाजे को बंद नहीं फरमाया, और ये भी नहीं कहा कि सिर्फ एक आएगा, समझे? इसलिए किसी को कोई हक नहीं ये कह दे कि दरवाजा खुला है मगर सिर्फ एक के लिए खुला है। अगर कोई अहमदी कहता है गलत कहता है। दरवाजा खुला है जिन शर्तों के साथ, वो शर्तें जिसके हक में पूरी होंगी वो जरूर नबीउल्लाह होगा, और वो शर्त रसूलुल्लाह सल्लल्लाहु अलैहि वसल्लम उन शर्तों की तायीद में या वजाहत में हज़रत सल्लल्लाहु अलैहि वसल्लम ने उम्मत मोहम्मदिया में आने वाले इमाम महदी और मसीह की पेशगोई। हम सिर्फ ये कहते हैं कि मिर्ज़ा साहब का फर्ज था कि वो उन पेशगोइयों की निशानदेही करें जो आपके हक में पूरी हुई, और उसके बगैर आपको किसी दावे का हक ही नहीं बनता। इल्हाम तो हुआ होगा, लेकिन दुनिया को क्या पता इल्हाम हो रहा है कि नहीं। मगर कुरान की आयात और रसूलुल्लाह सल्लल्लाहु अलैहि वसल्लम की पेशगोइयाँ रोज़ रोशन की तरह अगर आपके हक में गवाही दे दें तो सबको पता चल जाएगा। आइंदा के मुतालिक हमारा मौक़िफ़ यह है कि अगर खुदा किसी को भेजे जबकि दरवाज़ा बंद नहीं, उम्मती नबी आ सकता है, तो उसका काम होगा, उसकी बात कोई नहीं मानेगा जब तक वो कुरान नहीं। तो मिर्जा साहब की बात मान गए लोग, की सच्चाई को साबित है। ये सारी उम्मत उनको कज़ाब दजाल कह रही है, मान गए मिर्जा साहब को? कुछ निबत नहीं रहा अभी, हम अगले की कैसे छेड़ दें, लेकिन बुनियादी जवाब मेरा यही है आपको कि दरवाज़ा जो खुला है वो मशरूत खुला है, और वो आयत सूरह निसा की आयत है जो बिल्कुल कतई और वाज़ेह है। वो ये है वमन युतिइल्लाह वर रसूल, वमन युतिइल्लाह वर रसूल। ये जरा अपने खलीफा जी की भी सुन ले क्या कह रहे हैं। मालज़ीना अनअम अल्लाहु अलैहिम। अरे मेरी कंप्लीट तो होने दें प्लीज, क्या कर रहे हैं? वहसुन उलाइक रफीक़ा। जो कोई भी अल्लाह और इस रसूल मोहम्मद रसूलुल्लाह की अताअत करेगा, उलाइक मालज़ीना अनअम अल्लाहु अलैहिम। अब वो ग्रोह जो इनाम याफ्ता ग्रोह कहलाता है, उसमें सिर्फ यही लोग शामिल होंगे, अनअम अल्लाहु अलैहिम, जिन पर अल्लाह ने इनाम फरमाया। वो कौन होंगे? फरमाया मिनन नबीयीन, नबियों में से, वस्सिद्दीकीन, और सिद्दीकों में से, वशुहदाए, और शुहदा में से, वस्सालिहीन, और सालिहीन में से,
वह हसना उलाइका रफीका, ये देखो कितना अच्छा साथ है, व्हाट अ वंडरफुल कंपनी। अब ये जो आयत है इतनी वाज़ेह और खुली खुली है कि इनाम याफ्ता गुरोह का रास्ता बंद नहीं करती, इस शर्त के साथ खोलती है अल्लाह और मोहम्मद मुस्तफा की अताअत लाज़िम है। अताअत का दर्जा फैसला करेगा कि तुम किस गुरोह में शुमार होने के लायक हो, ये फैसला अल्लाह फरमाएगा, मगर एक की शर्त कहीं नहीं। इसलिए ये रास्ता है इन शर्तों के साथ। जब तक ये शर्तें पूरी होती रहेंगी अल्लाह ताला की रिस्पांस वही होगी जो वादा कर चुका है। ठीक है। मेरा सवाल था कि जैसे कि कहा जाता है कि हज़रत सल्लल्लाहु अलैहि वसल्लम के बाद कहीं नबी आ सकते हैं, जिसके बाद हज़रत मसीह मौद आए, तो इसके बाद कोई ऐसी पेश गोई है कि हज़रत मसीह मौद के बाद कोई नबी आ सके या खिलाफत का ही दौर कायम रहेगा? कहाँ लिखा हुआ है कि कोई नबी आ सकते हैं आसमान के बाद? मेरा मतलब कि हदीसें या कोई पेश हुई है? हज़रत सल्लल्लाहु अलैहि वसल्लम ने तो मसीह मौद के आने की जब पेशगोई फरमाई या ऐलान फरमाया, तो उसी को 4 दफा नबीउल्लाह, एक हदीस में आता है 4 दफा नबीउल्लाह 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 कहा, या आपने फरमाया मेरे और मसीह के दरमियान कोई नबी नहीं है, बल्कि ये हदीसें तो गैर ये पेश करते हैं कि अगर कोई हदीस है कि मेरे बाद अगर कोई नबी आ सकता तो अपने बेटा इब्राहिम नबी होता, उमर नबी होता, इस तरह के बहुत सारे वाक़यात तो मिलते हैं। इसलिए मसीह मौद के और आसमान के दरमियान कोई नबी नहीं होना था, यही नबी होना था जिसको नबी का स्टेटस मिलना था। ठीक। आइंदा बात रही कि इख्तियार अल्लाह ताला का है कि नबी आए कि ना आए, अल्लाह ताला के इख्तियार में है, वो नबी भेज सकता है। इसलिए ने एक जगह पे जलाली नबी का भी जिक्र किया है कि अगर दुनिया सीधी नहीं होती तो हो सकता है कोई ऐसा जलाली नबी आए। मैं तो अभी राम राम से समझाता हूँ ना, वो तुम लोग चपेड़े मार के समझाए हैं। ठीक। लेकिन जो भी आएगा वो वही आएगा जो मुसलमानों में से हो, और फिर जिसको हजरत सल्लल्लाहु अलैहि वसल्लम ने नबीउल्लाह कहा है उसके मानने वालों में से हो। फिर ये नहीं होगा कि खिलाफत भी हो और नबूवत भी हो, वही मुकाम खलीफा का होगा, या उसको खलीफा कहेगा कि मैं, अगर होगा तो अल्लाह बेहतर जानता है होगा कि नहीं होगा, अगर होगा तो वही होगा जो उस वक्त का जमाने का खलीफा होगा, वही नबी का भी हो सकता है, क्योंकि हजरत मसीह अलैहिस्सलाम भी नबी थे, नबी का स्टेटस था, लेकिन साथ ही आपने कहा मैं खातमुल खुलफा हूँ, कि यानी खिलाफत अब मेरे पे खत्म होगी और मेरे से शुरू होगी। ठीक है। तो जो भी आएगा वो उसमें से आएगा और फिर आगे उस निज़ाम में से आएगा। अगर आया, हम अल्लाह ताला की ताकतों को महदूद नहीं कर सकते, लेकिन ये अल्लाह बेहतर जानता है कि उसने भेजना है कि उसने किसी वक्त खलीफा से नबी का काम लेना है। बारह वो एक ही चीज होगा जो भी होगा। सुन लिया जी, ये नबी शबी कोई नहीं आ सकता। हाँ, खलीफा को अल्लाह चाहे तो फिर नबी बना दे। ये तो के पास इख्तियार ही नहीं कि किसी और को नबी बनाए। खलीफा को किसी को चाहेगा तो बना देगा। गल हो सी तुसी अपना मतलब बनाते हो कि अल्लाह ताला के पास कोई चॉइस नहीं है। इनको क्या हुआ? अल्लाह ताला ने सरेंडर कर दिया है, बस ये मिर्जाई कमेटी बनाएगी। वीडियो में बात हुई, उसी को अल्लाह चाहेगा तो अगर अल्लाह का दिल होगा तो उसको नबी बना देगा, वरना अल्लाह में चुप करके बैठे ताला दी मर्जी होनी है ना। ये आपका दज्जाली ख्याल है। आपके एक मिनट ठहरे जरा, मिर्जा साहब की तालीम का तो अब इनकार कर चुके हैं। एक मिनट भेजिए किसी ने, सुन लें जरा। एक वो भी है जो उनकी वफात से एक दिन पहले किसी ने पूछा था कि क्या और नबी आ सकता है, उन्हें कोई भी नहीं, बिल्कुल कोई नहीं आ सकता। साहब ने भी किनकी वफात से पहले नहीं, अपनी वफात से 20 घंटे पहले मिर्जा साहब ने कहा मुजद्दिदीन की जरूरत के ऊपर हुसैन साहब किनकी बात कर रहे हैं? मिर्जा ताहिर अहमद साहब, जिनकी आपने ये बात सुनाई है, उन्होंने ही फरमाया अपने फौत होने से पहले, बड़ा जोर दे के जब किसी ने पूछा तो उन्होंने कहा नहीं, कोई किसी और के आने की बात है ही नहीं। पेशगोई के साथ से पेशगोई नहीं है, वो कहते हैं फिर आप गलती खा रहे हैं। देखें, बात कोई नहीं है।
یہ علی احمد صاحب آپ کو ویڈیو بھیجی ہے وہ شین چلا گوئی کا دیں۔ ذکر ہے علی احمد صاحب آپ کے پاس میں ابھی ڈھونڈ کے لگا دیتا ہوں، ہاں جی وہ میں ابھی لگا دوں ایک ویڈیو مجھے بھی موصول ہوئی ہے۔ آپ کے پاس ہے وہ کلپ؟ یہ سارے میں تو اس بات پہ حیران ہوں کہ یہ بات دونوں باتیں طاہر احمد صاحب کی ویڈیو میں یہ موجود ہے کہ وہ کہہ رہے ہیں کہ پیشن گوئی ایک ہی تھی حضرت محمد صلی اللہ علیہ وسلم کے مطابق، اس کے مطابق اور کسی نے نہیں آنا، یہ بات بھی انہوں نے کی ہے۔ تو یہ جو بات جو میں نے ابھی سنائی ہے یہ بھی کی ہے۔ اگر پیش گوئی ایک ہی کی تھی تو مرزا صاحب نے کیوں جھوٹ بولا کہ ذلی نبوت کا سلسلہ قیامت تک جاری ہے؟ بھائی مرزا صاحب نے نہیں بولا، خدا کے لیے یار مرزا صاحب نے نہیں بولا کہ ذلی نبوت کا سلسلہ قیامت تک جاری ہے۔ اور اس کے بعد کوئی پیش گوئی نہیں۔ اگر آپ کے پاس ہے تو چلا دیں وہ کیسے۔ اجازت ہے میں چلا رہی ہوں۔ جی جی چلائیں۔ اجازت ہے میں چلا رہی ہوں۔ جی جی چلائیں۔ جی فرمائیے۔ حضور میرا سوال یہ ہے کہ ہم اس بات پہ پختہ یقین رکھتے ہیں کہ کوئی بھی نیا نبی آ سکتا ہے، کوئی بھی نیا نبی آ سکتا ہے بشرطے کہ وہ حضرت محمد صلی اللہ علیہ وآلہ وسلم کی امت میں سے ہو، کوئی نئی شریعت لے کے نہ آئے۔ تو کیا حضرت مسیح موعود علیہ السلام نے کسی نئے نبی کے آنے کی پیش گوئی فرمائی تھی؟ حضرت مسیح السلام نے کسی اور نبی کی پیش گوئی نہیں فرمائی۔ تو کیا وہ نبی جو ہے جماعت احمدیت میں سے ہوں گے یا کسی بھی؟ نہیں، پیش گوئی نہیں ہے تو کہاں سے ہوگا وہ؟ جزاک اللہ۔ صرف ایک نبی کی پیش گوئی ہے، رسول اللہ صلی اللہ علیہ وسلم نے فرمائی ہے، اس کے علاوہ کسی نبی کی پیش گوئی ہمیں نہیں ملتی ہے ہی نہیں۔ ہاں یہ حضرت محمد صلی اللہ علیہ وسلم کی پیشن گوئی کے حساب سے بات ہو رہی ہے نا۔ تو بھئی کوئی اور پیش گوئی نہیں، کسی اور آنا ہی نہیں کسی نے۔ ویڈیو آپ کو سنائی ہے، اس ویڈیو میں بھی انہوں نے یہ ذکر کیا ہے بھائی حضرت کہ پیشن گوئی ایک ہی ہے۔ نتیجہ کیا نکالا ہے؟ نتیجہ یہ نکالا ہے کہ ایک ہی نبی کی پیش گوئی تھی، وہ آ گیا۔ پوچھنے والی پوچھ رہی ہے کہ کیا آ سکتا ہے، انہوں نے پیش گوئی کوئی نہیں تو آ کیسے سکتا ہے؟ کہاں آئے گا؟ ہاں بالکل۔ اچھا جی میرا ساروں سے نا ایک سوال ہے، یہ بتا دیں۔ اچھا ٹھہر جو جی ٹروتھ سیکر صاحب ایک منٹ ٹھہر جو، ساروں سے یہ سارے احمدیوں سے سوال ہے، یہ بتا دیں کہ وہی آ سکتی ہے کہ نہیں آ سکتی؟ وہی آ سکتی ہے۔ حضرت مسیح موعود علیہ السلام نے کہا ہے کہ پہلے بھی سینکڑوں اور آگے بھی سینکڑوں ہزاروں کو یہ اس بات پہ ساروں کا اتفاق ہے نا، اور قرآن کریم وہی نبوت بند کر دو۔ تو اسی کو ذلی نبوت کہتے ہیں، یہی چوہان صاحب کہہ رہے ہیں، اسی کو ذلی نبوت کہتے ہیں اور اسی یہی چوہان صاحب کہہ رہے ہیں۔ تو وہی نبوت کیا ہے علی احمد صاحب؟ گدی ہماری چلے گی، خلافت کی گدی چلے گی، آئے گا کوئی نہیں خدا کی طرف۔ محنت کر حسد آپ نے استعمال کر لیا والے کا منہ کالا۔ حسانی بھائی اگر کوئی یہ عقیدہ رکھے کہ ایک واری اللہ پیدا ہو سکتا ہے تے بغیر ادا کوئی پیدا کرنا لے نہیں تے دوجی واری تیجی واری چوتھی واری پنجویں واری آ سکتا ہے، وہ حق ہے نا کہ وہ منی رہے۔ اسی طرح اگر کوئی کہندا ہے کہ جس طرح پہلے نبی آندے رہے نوح دوجی آندے رہن گے تے ہن بھی آندے رہن گے تو کون بند کرنا؟ ہم اس بات پہ پختہ یقین رکھتے ہیں کہ کوئی بھی نیا نبی آ سکتا ہے، کوئی بھی نیا نبی آ سکتا ہے بشرطے کہ وہ حضرت محمد صلی اللہ علیہ وآلہ وسلم کی امت میں سے ہو۔ یہ بڑا مسئلہ ہوتا ہے کہ جب آپ لوگ نا اپنا ثابت کر پاتے تو ریپیٹ کرنا شروع کر دیتے ہیں۔ اسلام نے کسی نئے نبی کے آنے گل نہیں کرن دیندے۔ ایک تے نا چوہان صاحب جدوں طاہر امجد صاحب گل کر رہے نے انہاں دی گل مکمل ہون دیو۔ تسی درمیان چ ویڈیو لگا دیتی، حالانکہ اس ویڈیو دے وچ بھی عقل والوں کے لیے بالکل اسٹریٹ میسج ہے، کوئی اودے وچ کیا میسج بٹس نہیں۔ کیا میسج ہے؟ صرف بات یہ ہے کہ اگر کوئی ایک ہی پیش گوئی تھی اور کوئی پیش گوئی نہیں۔ سوال پوچھن دے پھر میسج نہیں دس سکدا میں۔ اگر کوئی یہ عقیدہ رکھنا چاہتا ہے کہ ہر ہفتے جمعرات اور جمعے والے دن ایک نبی جمعرات کو پیدا ہوگا اور جمعے کو رسول پیدا ہوگا، اگر کوئی یہ عقیدہ رکھنا چاہتا ہے تو میرے پاس کیا اتھارٹی ہے کہ اس کو کہوں کہ نہیں تم یہ عقیدہ نہیں رکھ سکتے؟ صرف بات یہ ہے کہ جب آپ کسی شخص کا نام لیتے ہیں کہ مرزا غلام احمد قادیانی علیہ السلام کا یہ عقیدہ ہے، اس کو محدود رکھیں مرزا صاحب کی تحریروں پر، تو بات واضح ہو جائے گی۔
لیکن اگر اس کو بات کو پھیلا دیں کہ ان کے فلاں عقیدت مند کا یہ نظریہ ہے، اس کے عقیدت مند کے ایک اور عقیدت مند کا یہ عقیدہ ہے، اور اس کے عقیدت مند کا ایک اور چاہنے والا اس نے ابھی تقریر کی ہے، اب اس کی جو ہے آپ دفاع کرے، تو یہ جہالت ہے بھائی۔ اچھا طاہر حمزہ صاحب، میرا آپ سے ایک سوال ہے، یہ جو فیض تو نبوت سر پھر یہ جہالت جو ہے نا یہ کئی دفعہ ہو چکی ہوئی ہے، یہ اب اس قیامت کا تک قائم ریورسل ہے کہ بتائیں۔ نہیں؟ ایک منٹ ڈاکٹر صاحب، یہ جو فیض نبوت محمدی قیامت تک قائم ہے کہ نہیں؟ طاہر حمزہ صاحب نے بڑا اچھی طرح جڑا اس مضمون میں جنہ بہتر طاہر صاحب سمجھتے نے کوئی بھی نہیں سمجھدا، اور انہوں بیان کرنے دا انداز بھی کسی اور کو نہیں جڑا طاہر صاحب بھی استعمال کرتے نے، اور کرتے بنیادی ہیں، اور طور میں پہ صرف انہوں نے میسج میں سمجھو۔ ہم سے لڑنا شروع کر دیتے ہیں۔ نہیں لڑتے نہیں ہو، وہ آندے نے کہ تسی فوکس رکھو، طاہر امجد صاحب بڑا طریقہ اپناؤ، ہر چیز واضح ہو جاندی ہے۔ یہ حضرت مسیح موعود علیہ السلام نے جس وضاحت دے نال ایسے مضمون نوں سمجھیا ہے، سمجھایا ہے، بیان کیتا ہے، وہ دی مثال واقعی نہیں ملتی یار کوئی، سوائے ایک ایسے کہ تسی غامدی صاحب دی طرح ایک ختم نبوت ایسا مفہوم لاؤ کہ ہن القاء، الہام یا روحانیت دا کوئی بھی تجربہ نہیں ہو سکتا۔ او دی علاوہ اگر کہندے نے روحانی خدا جلد 3 صفحہ 511 کوئی ہے تو پڑھ دیو، میرے کول تے نہیں ہے، میں ذرا باہر ہوں۔ مولوی صاحب ان حضرت مسیح موعود علیہ السلام دیاں تحریراں نوں جنی دفعہ بھی پڑھیا جائے، اگر کہو گے کوئی سیشن رکھ لیں گے جس دے وچ صرف اور صرف حضرت مرزا غلام احمد قادیانی علیہ السلام دے ختم نبوت دے بارے چ انہاں دا کی نظریہ ہے وہ بیان کیتا جائے، یار اتنی وضاحت جلد 3 صفحہ بالکل طاہر بھائی ایگزیکٹلی یہی ہے کہ میں بھی جتنی دفعہ پڑھیاں نہیں کوئی مفہوم نکلتا ہے اور کوئی وہ چ بام نہیں، اور انتہائی خوبصورتی نال انہاں ختم نبوت نو بیان کیتا ہے۔ اچھا مولوی صاحب اگر ایسی بات ہے، محمد احمد صاحب یار تسی بھی بولو، تواڈے درمیان بیٹھے نے عالم فاضل، تسی یار واٹر بھائی دیکھے ہی نہیں، تواڈے سجے پاسے کھبے پاسے بیٹھے نے محمد احمد صاحب، انہاں کولوں تسی رہنمائی لو تے اے میسج اگے کر دیں پہلی احمد صاحب نوں تے محمد احمد صاحب ڈائریکٹ کرو جی۔ بڑے علماء وعلیکم السلام، بڑے محقق بیٹھے ہیں، سننے میں ہی عافیت۔ جی ہاں جی میں پڑھ دوں گا، میری آواز آ رہی ہے؟ آ رہی احمد صاحب آواز آ رہی ہے، تسی وہ جڑا میسج کیتا ہے وہ بھی پڑھ دیو، جڑا علی احمد صاحب نو کیتا جے تے اے بھی صفحہ بھی پڑھ دیو۔ میں پڑھ دیتا ہوں، وہ صفحہ جلد نمبر 3 511 ازالہ حام حصہ دوم کا ہے، جس میں حضور لکھتے ہیں: دوم، قرآن شریف قطعی طور پر عیسیٰ ابن مریم کی موت ثابت و ظاہر کر چکا ہے۔ صحیح بخاری جو بعد کتاب اللہ صحیح الکتب سمجھی گئی ہے، اس پہ فلما توفیتنی کے معنی وفات ہی لکھے ہیں۔ اسی وجہ سے امام بخاری اس آیت کو کتاب التفسیر میں لایا ہے۔ سوم، قرآن کریم کئی آیتوں میں بتصریح فرما چکا ہے کہ جو شخص مر گیا پھر وہ دنیا میں کبھی نہیں آئے گا، لیکن نبیوں کے ہم نام اس امت میں آئیں گے، اچھا۔ چہارم، قرآن کریم بعد خاتم النبیین کے کسی رسول کا آنا جائز نہیں رکھتا، خواہ وہ نیا رسول ہو یا پرانا ہو، کیونکہ رسول کو علم دین بتوسط جبرائیل ملتا ہے اور باب نزول جبرائیل با پیرایا وہی رسالت مسدود ہے، اور یہ بات خود ممتنع ہے کہ دنیا میں رسول تو آویں مگر سلسلہ وہی رسالت نہ ہو۔ پنجم، یہ کہ احادیث صحیحہ بصراحت بیان کر رہی ہیں کہ آنے والا مسیح ابن مریم امتیوں کے رنگ میں آئے گا، چنانچہ اس کو امتی کر کے بیان بھی کیا گیا ہے، جیسا کہ حدیث امامکم منکم سے ظاہر ہے
اور نہ صرف بیان کیا گیا بلکہ جو کچھ اطاعت اور پیروی امت پر لازم ہے وہ سب اس کے لازم حال ٹھہرائی گئی۔ ششم یہ کہ بخاری میں جو اصل کتب بعد کتاب اللہ ہے اصل مسیح ابن مریم کا اور حلیہ بتایا گیا اور آنے والے مسیح ابن مریم کا اور حلیہ ظاہر کیا گیا۔ اب ان قرائن سطح کے روح سے صریح اور صاف طور پر ثابت ہے کہ آنے والا مسیح ہرگز وہ مسیح نہیں ہے جس پر انجیل نازل ہوئی تھی، بلکہ اس کا مثیل ہے، اور اس وقت اس کے آنے کا وعدہ تھا کہ جب کروڑہا افراد مسلمانوں میں سے یہودیوں کے مثیل ہو جائیں گے تا خدا تعالیٰ اس امت کی دونوں قسموں کی استعدادیں ظاہر کرے، نہ یہ کہ اس امت میں صرف یہودیوں کی بحث صورت قبول کرنے کی استعداد ہو اور مسیح بنی اسرائیل میں سے آوے۔ یہ پیج یہاں پہ جی 511 ختم ہو گیا۔ جزاک اللہ، بہت آخری حصہ ایک بہت زبردست ماشاءاللہ۔ میں سب سے بڑی بات یہ ہے کہ حضرت مسیح موعود ہمیں یہ سمجھ نہیں آئی جو انہوں نے لکھا ہے کہ نبیوں کے نام پر آتے رہیں گے، یہ اس کی بنیاد قرآن پہ یا حدیث پہ ہے، کیسے ہے، یہ کیا ہے؟ یہ میں اس کا یہی ہے کہ آپ پورا پڑھیں نا کہ وہی رسالت بذریعہ اس سے کوئی تعلق نہیں، میں دوسرے پوائنٹ کے متعلق پوچھ رہا ہوں، میں دوبارہ جس پوائنٹ کے متعلق پوچھ رہا ہوں وہ یہ نہیں ہے، میں دوسری بڑا بات اہم سوال ہے انکل آپ کا۔ میرا سوال یہ ہے، ہاں جی، جو حضور لکھ رہے ہیں نا سوم کے اندر کہ قرآن کریم کئی آیتوں میں بتصریح فرما چکا ہے کہ جو شخص میں آئیں گے، یہ سوم ایک پوائنٹ ہے کہ نبیوں کے نام پر اس امت میں آئیں گے۔ پھر چہارم حضور لکھتے ہیں، حضور فرماتے ہیں قرآن کریم حضرت مسیح موعود اپنے آپ کو عیسیٰ ابن مریم کہتے ہیں نا آنے والے، یہ وہ یعنی نام پا کر قرآن شریف میں کہاں لکھا ہے کہ نبیوں کے نام پہ آئیں گے؟ یہ کہاں نہیں، آپ نے اس کا سوال پوچھا تھا نا۔ یہ ٹروتھ سیکر بھائی میرا سوال وہ ہے سیدھا بتائیں قرآن مجید میں نہیں ہے یہ۔ سمجھے محمد احمد صاحب جواب دے رہے ہیں، ٹھیک ہے، نہیں میں سچ سیکر بھائی کو کہہ رہا ہوں کہ قرآن مجید میں واقعی میں نہیں ہے، یہ بنیاد اس کی حدیث سے بنتی ہے کہ حدیث میں عیسیٰ ابن مریم کے آنے کا کہا گیا ہے، اور حضور نے اپنے آپ کو وہی کہا ہے کہ جو حدیث میں ذکر ہے وہ میں ہوں، تو یہ قرآن مجید سے نہیں لیا گیا۔ جو سوال اس میں جو اٹھایا گیا ہے وہ ایک کی بات نہیں کی گئی، اول تو وہ بھی جو کہا گیا ہے وہ ایک طویلی بات ہے، یہاں وہ یہ کہہ رہے ہیں کہ نبیوں کے نام پر اس امت میں آئیں گے، ہاں جی، ایک سے زیادہ، تو کیا حدیثوں میں ایک سے زیادہ کے آنے کا ہے ذکر؟ حدیثوں میں تو ایک کا ذکر ہے، ایک کے ہی آنے کا، یہ حدیث سے بھی ٹکرا رہی ہے بات، اور جس بنیاد انہوں نے جو رکھی ہے وہ قرآن پہ اگر شروع سے پڑھیں تو وہ کہتے ہیں قرآن یہ بتاتا ہے۔ قرآن مجید کی بات صرف اس بات پہ ہے کہ جو شخص مر گیا وہ دنیا میں نہیں آئے گا، یہ میرے خیال قرآن کا حصہ ہے۔ جو آپ یہ 3 نمبر پوائنٹ ہے اس کو دوبارہ پڑھیں، میرے خیال اس کو قرآن سے لگی کرنا پڑے گا، قرآن میں تو ہاں میں پڑھتا ہوں، قرآن کریم کئی آیتوں میں بتصریح فرما چکا ہے کہ جو شخص مر گیا وہ پھر دنیا میں کبھی نہیں آئے گا، یہ قرآن مجید کی بات ہے۔ پھر ہے کہ لیکن نبیوں کے ہم نام اس امت میں آئیں گے، یہ حضور کی اپنی بات ہے، اس کی بیس حدیث ہے قرآن امت میں آئیں گے جو ہے، ہاں جی، یہ جو نبیوں کے ہم نام اس امت میں آئیں گے، یہ قرآن شریف کہہ رہا ہے یا مرزا صاحب کہہ رہے ہیں؟ یہ حضور خود کہہ رہے ہیں جو نام آئیں گے، پچھلی والی بات قرآن مجید محمد ادریس، محمد موسیٰ، محمد عیسیٰ، ان کا فہم یہ کہاں سے، یہ انہوں نے خود نبیوں کے نام تو پھر ایسے ہی آتے ہیں نا، یہ جو لیکن نبیوں کے ہم نام اس امت میں آتے رہیں گے نا، یہ سیدھی سی بات ہے، قرآن مجید میں تو ہے نہیں، میرے علم میں نہیں ہے، تو یہ حضور کی اپنی بات ہے، اور یہ حدیث سے نہ قرآن میں نہ حدیث میں، یہ ان کی اپنی بات ہے۔ مسیح آئیں گے اور مسیح آئیں گے، یہ قرآن نے نہیں کہا، یہ کسی اور نے کہا ہوگا، اور پراوا ہزاروں نہ بلا لینا، ایک کے بعد اتنے مسئلے، نہ قرآن نے کہا ہے نہ رسول اللہ نے کہا ہے۔ 10,000 مسیح آ سکتے ہیں، ہاں جی، میں نے برداشت کسی سے ہزاروں بلا لو،
ਔਰ ਰਹਿਮ ਕਰਦੇ ਹੋ ਯਾਰ ਸਾਡੇ ਤੇ, ਕੋਈ ਕੰਮ ਆਸਾਨ ਕਰ ਦੋ ਉਹ ਦੁਨੀਆ ਬਈ ਮਿਰਜ਼ਾ ਸਾਹਿਬ ਨੂੰ ਕਹੋ ਤੁਹਾਡੇ ਤੇ ਰਹਿਮ ਨਹੀਂ ਉਹਨਾਂ ਨੇ ਕੀਤਾ। ایک پارٹی ہے جو حضرت عیسیٰ کو ڈائریکٹ حضرت مسیح موعود علیہ السلام نے بڑی خوبصورت انداز سے نبوت کو ڈیفائن کیا، نبوت جاری جو قرآن مجید نے کی اس کی وضاحت کی، اور طاہر حمزہ صاحب اس میں ایکسپرٹ ہیں۔ یونیورسٹی جو بنی ہوئی ہے وہ جو نام کیا ہے ان کا، بٹ صاحب کا ان کو چینج کر دینا چاہیے اور یہ نام طاہر حمزہ صاحب کو دے دینا چاہیے، ختم نبوت یونیورسٹی، کیونکہ یہ اس کے اوپر گرفت بھی رکھتے ہیں اور بیان کرنے کا انداز بھی ہے ان کا۔ ایک ان کی بات ہے، ایک طرف تو یہ کہہ رہے ہیں مرزا صاحب نبی نہیں، پھر ان کی خلافت بھی چلا رہے ہیں، یہ اتنا بڑا تضاد نہیں ہے؟ آپ کو نظر نہیں آتا؟ یہ جب مرزا صاحب نبی نہیں ہے تو خلافت کا کیا جواب ہے؟ اس نے کہا جو ذلی نبی ہوتا ہے وہ نبی نہیں ہوتا، ذلی نبی نبی نہیں ہوتا، ذلی بیٹا بیٹا نہیں ہوتا، ذلی حاج حاج نہیں ہوتا۔ یہ ذلی نبی میں ذلی بیٹا بھی ہوں، تو وہ بیٹے ہیں اللہ تعالیٰ کے۔ صاحب کشف و اعلان ہوتا ہے، رویا ہوتا ہے، وہی ہوتا ہے، لیکن وہ سچ مچ بیٹے تو نہیں ہے نا، استعارہ کے رنگ میں ہے، تو نبی بھی استعارہ کے رنگ میں ہے۔ استعارہ کے رنگ میں نبی انہوں نے کہا مجدد ہوتا ہے، یہ بتائیں مجھے استعارہ کے رنگ میں نبی کی خلافت تو نہیں چلتی۔ حضرت مسیح موعود علیہ السلام نے ذلی نبی کو کیا ڈیفائن کیا ہے یہ بتائیں۔ ہاں بتائیں، انہوں نے کہا ہے نبی سے مراد صرف اتنی ہے کہ کوئی شخص وہی پا کر تجدید دین کے لیے مامور ہو، یہ انہوں نے ڈیفائن کیا ہے۔ تجلیات الہیہ صفحہ 401۔ استعارہ کے رنگ میں اگر خلافت بھی چل جائے تو کیا حرج ہے اس میں؟ نہیں، خلافت استعارہ کے رنگ میں چلتی، وہ تو خلافت تو چل رہی ہے، خلافت اسلامیہ محمدیہ جس کے مرزا صاحب 13ویں خلیفہ ہیں، وہ تو پہلے سے چل رہی ہے، 12 ان سے پہلے گزر چکے ہیں، آپ نے نبی کیوں چلانی ہے؟ تو چوہان صاحب اگر آپ کا بیٹا جو ہے وہ آپ کا بزنس سنبھال لے تو آپ کو کیا واٹر صاحب جو ہماری خلافت ہے نا وہ مسیح کی نیابت ہے، مسیح کے خلیفہ ہیں۔ آیتہ استقلال میں حضرت محمد صلی اللہ علیہ وسلم کے خلیفوں کا وعدہ دیا، پتہ ہے سارا کچھ پتہ ہے، کسی مسیح کے خلیفوں کا وعدہ نہیں دیا، یہ آپ نے دجل کیا ہوا ہے۔ مسیح کے خلیفوں کا کہیں وعدہ نہیں، کوئی آیت استخلاف نہیں، مسیح کے خلیفوں کا وعدہ نہیں۔ تو جیسے ہی مسیح صاحب فوت ہوئے تھے ہمیں آپ کہہ رہے ہیں مسیح نے کیا ہے وعدہ، مسیح نے اپنے بعد 14ویں صدی کا وعدہ کیا ہے۔ آپ کہہ رہے ہیں 14ویں صدی کے مجدد کے 3 نام ہیں، حکم، مہدی اور مسیح، تو وہ 14ویں صدی کے مجدد کے یہ نام ہے۔ مجھے 14ویں صدی کے مجدد کی خلافت کیسے چلے گی جب پہلے 12 خلیفوں کی نہیں چلی؟ ایک بات میں کرنا چاہتا ہوں، جو آپ ذلی نبی کی بات کر رہے ہیں نا، بات یہ ہے کہ آپ اس کو جس طرح حضرت مسیح موعود علیہ السلام نے سمجھایا نا، اس کو اس مثال سے آپ بتا سکتے ہیں کہ جیسے چاند جو ہے روشنی دے رہا ہے، ٹھیک ہے، لیکن کیا وہ روشنی اس کی اپنی ہے؟ اس کی اپنی نہیں ہے، وہ روشنی ان چبلوں کا کوئی فائدہ ہے؟ وہ مرزا صاحب کا اقتباس روشنیاں اور سورج ایسے سمجھا سکتے ہیں، اپنی طرف سے یہ سمجھا کتابیں تھوڑی ہیں مرزا صاحب کی کہ آپ اپنی طرف سے سمجھائیں۔ ایک منٹ بات تو سن لیں، وہ جو روشنی ہے نا، ایسی کتابیں تھوڑی ہیں جو آپ اپنا فلسفہ آپ کو بیان کرنے کی ضرورت ہے، بے شمار اقتباسات مرزا صاحب کے ہیں۔ بات تو کر رہے ہیں، ذلی نبوت قیامت تک جاری ہے، اور مجددین اور تو کوئی سلسلہ ہے ہی نہیں ہے، لیکن اصل میں نبوت جاری ہے، وہ کیڑی غار کی جاری ہے؟ یعنی وہ جو نبوت ہے وہ حضور صلی اللہ علیہ وسلم کی ہے، جو شریعت ہے وہ حضور صلی اللہ علیہ وسلم کی ہے، جو منعکس ہو رہی ہے وہ شریعت کس میں؟ ذل میں، یہ ہے ذلی نبی، منعکس نہیں ہو رہی، منعکس۔ اچھا ٹروتھ بھائی ایک گل کرنی آخری، یار چوہان صاحب جی جو مرضی کر لو، اللہ جاندا ہے تے مجھے جڑے نا جو مرضی تواڈے جڑے نا اس ٹائم نبی 15ویں صدی دے کی آندے نے مجدد بھی، تے او اسی نہیں جی انہاں نوں منیا، باقی سانوں نال کوئی مخالفت نہیں، تے ٹھیک ہے اللہ تعالیٰ خود منوا لیندا ہے، او کوئی فکر والی گل نہیں، تسی جذباتی نہ ہویا کرو، مرزا ساڈے خلفاء نوں تسی گالی گلوچ نہ کریا کرو، تسی کہندے ہو تسی اپنی تبلیغ کریا کرو۔ میں گالی گلوچ کہنے میں کہنا تواڈے خلیفے فاسق نہیں، مرزا صاحب نے کیا ہے مجدد کا منکر فاسق ہے، یا تے دسو 15ویں صدی سے مجدد کون ہے؟ انکار کر رہے ہیں نا، مجدد کا ذکر نہ قرآن میں نہ حدیث میں۔ احمد صاحب ہے مجدد 15ویں، اور مرزا طاہر تو کہہ رہا ہے تم مر جاؤ گے، تمہاری نسلیں مر جائیں گی، کسی مجدد کا منہ نہیں دیکھو گے، تم اس کے اوپر مجدد کی تہمت لگا رہے ہو۔ مرزا طاہر کہہ رہے ہیں مجدد کی تو کوئی حیثیت ہی نہیں ہے، تم اس کے اوپر مجدد کی تہمت لگا رہے ہو۔ خلیفہ کی حیثیت اوپر ہے نا، وہ کہہ رہے ہیں مجدد کی کوئی حیثیت ہی نہیں ہے، نہ اس کو کبھی ماننا ضروری قرار دیا، نہ وہ کبھی
ना वो कभी